ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਮੁਖ ਤੇ ਸੁਣ ਕੇ ਅਰਦਾਸੀਏ, ਬੇਨਤੀ ਕੀਨਸ ਨਮਰ ਅਗਾਰੀ। ਸ਼੍ਰੀ ਮੁਖ ਤੇ ਸੁਣ ਕੇ ਅਰਦਾਸੀਏ, ਬੇਨਤੀ ਕੀਨਸ ਨਮਰ ਅਗਾਰੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਬੇ ਡਿਠੀ ਪਿਰਥਮੀ ਨਵੇਂ ਖੰਡ ਜਿੱਥੇ ਤੱਕ ਆਈ, ਫਿਰ ਚੜਿਆ ਜਾਏ ਸੁਮੇਰ ਪਰ ਸਿੱਧ ਮੰਡਲੀ ਦ੍ਰਿਸ਼ਟੀ ਆਈ। 84 ਸਿੱਧ ਗੋਰ ਗਾਦ ਮਨ ਅੰਦਰ ਗਿਣਤੀ ਵਰਤਾਈ। ਸੁਧ ਪੁੱਛਣ ਸੁਣ ਬਾਲਿਆ, ਕੌਣ ਸ਼ਗਤ ਤੋਏ ਇੱਥੇ ਲਿਆਈ। ਹਉ ਜਪਿਓ ਪਰਮੇਸ਼ਰ ਪਾਓ ਭਗਤ ਸੰਗ ਤਾੜੀ ਲਾਈ। ਆਖਣ ਸਿੱਧ ਸੁਣ ਬਾਲਿਆ, ਆਪਣਾ ਨਾਮ ਤੁਮ ਦੇਓ ਦਿਖਾਈ। ਬਾਬੇ ਆਖੇ ਨਾਥ ਜੀ, ਨਾਨਕ ਨਾਮ ਜਪੇ ਗਤ ਪਾਈ। ਨੀਚ ਕਾਏ ਊਚ ਘਰ ਪਾਈ। ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜਿਤਨੇ ਵੀ ਮਾਈ ਭਾਈ ਨੇਮੀ ਪ੍ਰੇਮੀ ਦੂਰੋਂ ਨੇੜੇ ਚੱਲ ਕਰਕੇ ਮਹਾਂਪੁਰਖਾਂ ਦੇ ਪਵਿੱਤਰ ਪਾਵਨ ਅਸਥਾਨ ਅਥਵਾ ਗੁਰੂ ਬਾਬਾ ਜੀ ਦੇ ਸੱਚਖੰਡ ਦਰਬਾਰ ਦੇ ਵਿੱਚ ਪਹੁੰਚੇ ਹੋ, ਸਤਿਗੁਰਾਂ ਦੇ ਚਰਨਾਂ 'ਚ ਹਾਜ਼ਰੀ ਲਵਾਉਣ ਵਾਸਤੇ ਆਪਣੀਆਂ ਚਿੱਤ ਵਿਰਤੀਆਂ ਬਾਹਰੋਂ ਕਾਗਰ ਕਰਨ ਦੀ ਖੇਚਲ ਕਰੋ। ਭਗਤ ਵਸ਼ਲ ਪਤਤ ਪਾਵਨ ਦੀਨਾ ਬੰਧੂ ਤਿੰਨੇ ਲੋਕਾਂ ਦੇ ਮਾਲਕ ਸਾਂਝੇ ਰਹਿਬਰ ਨਿਰੰਕਾਰੀ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਾਵਨ ਕਥਾ ਚੱਲ ਰਹੀ ਹੈ। ਪਿਛਲੇ ਪ੍ਰਕਰਨ ਦੇ ਵਿੱਚ ਅਸੀਂ ਇਹ ਵਿਚਾਰ ਸਰਵਣ ਕੀਤੀ, ਜਦੋਂ ਵਿਸਾਖੀ ਦਾ ਜੋੜ ਮੇਲਾ ਬਹੁਤ ਹੀ ਵੱਡੀ ਭਾਰੀ ਗਿਣਤੀ ਦੇ ਵਿੱਚ ਭਰਿਆ ਸੀ। ਚਾਰੇ ਪਾਸਿਆਂ ਤੋਂ ਗੁਰਸਿੱਖ ਦੂਰੋਂ ਦੂਰੋਂ ਚੱਲ ਕਰਕੇ ਅਨੰਦਪੁਰ ਦੇ ਵਿੱਚ ਪਹੁੰਚੇ ਸਨ। ਉਸ ਸਮੇਂ ਸਤਿਗੁਰੂ ਜੀ ਨੇ ਆਪਣੇ ਸੇਵਕਾਂ ਦਾਸਾਂ ਦੀ ਪਰ ਕਰਨ ਦੇ ਲਈ ਜਿਹੜੇ ਸੀ ਬਹਾਦਰ ਯੋਧੇ ਸੂਰਮੇ, ਉਹਨਾਂ ਦੀ ਡਿਊਟੀ ਲਗਾਈ ਵੀ ਜਿਤਨੀਆਂ ਵੀ ਸੰਗਤਾਂ ਬਾਹਰੋਂ ਆਈਆਂ ਹੋਈਆਂ ਨੇ, 2-3 ਦਿਨ ਤੋਂ ਬਾਅਦ ਇਹਨਾਂ ਨੂੰ ਘਰਾਂ ਨੂੰ ਜਾਣ ਵਾਸਤੇ ਛੁੱਟੀ ਦੇਣੀ ਹੈ। ਕੋਈ ਵੀ ਪ੍ਰੇਮੀ ਅਨੰਦਪੁਰ ਦੇ ਵਿੱਚੋਂ ਬਾਹਰ ਨਹੀਂ ਜਾਣਾ ਚਾਹੀਦਾ। ਚਾਰੇ ਪਾਸੇ ਜਿਹੜੇ ਰਸਤੇ ਉਹ ਵੀ ਸਤਿਗੁਰੂ ਜੀ ਨੇ ਬੰਦ ਕਰਵਾ ਦਿੱਤੇ। ਇਹ ਦੇ ਕਰਕੇ ਬਹੁਤਿਆਂ ਦੇ ਮਨ ਦੇ ਵਿੱਚ ਕਾਲ ਪੈਦਾ ਹੋ ਗਈ ਵੀ ਸਾਡੇ ਤਾਂ ਵੱਡੇ ਵੱਡੇ ਜਿਹੜੇ ਘਰ ਦੇ ਕਾਰੋਬਾਰ ਅੜੇ ਪਏ ਹਨ ਅਤੇ ਸਤਿਗੁਰੂ ਜੀ ਸਾਨੂੰ ਵਾਪਸ ਜਾਣ ਦੇ ਲਈ ਆਗਿਆ ਨਹੀਂ ਦਿੰਦੇ। ਅਖੀਰ ਨੂੰ ਸਿਆਣੇ ਨੇ ਸੋਚਿਆ ਵੀ ਕੋਈ ਪਤਾ ਨਹੀਂ, ਸਤਿਗੁਰੂ ਜੀ ਨੇ ਕਿਤਨੇ ਕੁ ਦਿਨ ਆਪਾਂ ਨੂੰ ਇੱਥੇ ਅਨੰਦਪੁਰ ਦੇ ਵਿੱਚ ਬੰਦ ਕਰਕੇ ਰੱਖਣਾ। ਇਹਨਾਂ ਨੇ ਇੱਕ ਜਿਉਂਦੇ ਨੂੰ ਵੀ ਮੁਰਦੇ ਦੇ ਸਮਾਨ ਬਣਾ ਲਿਆ।
ਸੀੜੇ ਦੇ ਉੱਪਰ ਵੀ ਜਿਵੇਂ ਕੱਪਣ ਪਾਈਂਦਾ ਚਾਰਿਆਂ ਪਾਸਿਆਂ ਤੋਂ ਬੰਨ ਕਰਕੇ ਇਹੋ ਜਿਹਾ ਟਕਵੰਜ ਬਣਾਇਆ ਵੀ ਇਸ ਬਹਾਨੇ ਦੇ ਨਾਲ ਆਪਾਂ ਨੇ ਬਾਹਰ ਨੂੰ ਨਿਕਲ ਜਾਣਾ ਹੈ। ਗੁਰ ਸਿੱਖ ਮਾਰੂ ਸ਼ਬਦ ਵੀ ਪੜਨ ਲੱਗ ਪਏ ਸਨ। ਕਈ ਉੱਚੀ ਉੱਚੀ ਤਾਂ ਮਾਰ ਕੇ ਰੋਂਦੇ ਨੇ ਵੀ ਜਿਵੇਂ ਕਿਸੇ ਦੇ ਘਰ ਦੇ ਵਿੱਚ ਮੌਤ ਹੋ ਜਾਂਦੀ ਹੈ। ਕੂਕਾਂ ਮਾਰਦੇ ਨੇ, ਰੋਂਦੇ ਨੇ ਉੱਚੀ ਉੱਚੀ ਆਵਾਜ਼ਾਂ ਦੇ ਨਾਲ। ਇਹੋ ਜਿਹਾ ਢੰਗ ਤਰੀਕਾ ਇਹਨਾਂ ਨੇ ਵੀ ਬਾਹਰ ਜਾਣ ਦੇ ਲਈ ਜਦੋਂ ਵਰਤਿਆ। ਪਰ ਸਤਿਗੁਰੂ ਜੀ ਨੇ ਸਰਵਾਗਾ ਅੰਤਰਜਾਮੀ ਪੁੱਛਿਆ, ਭਾਈ ਇਤਨਾ ਰੌਲਾ ਸੰਗਤਾਂ ਦੇ ਵਿੱਚ ਕਾਹਦੇ ਵਾਸਤੇ ਪੈਣ ਲੱਗਿਆ ਹੈ? ਮੇਵੜੇ ਨੇ ਸਾਰੀ ਗੱਲਬਾਤ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕੀਤੀ। ਮਹਾਰਾਜ ਵੀ ਸੰਗਤਾਂ ਦੇ ਵਿੱਚੋਂ ਕੋਈ ਆਪਣਾ ਪੰਜ ਭੌਤਿਕ ਸਰੀਰ ਤਿਆਗ ਕਰਕੇ ਚਲਿਆ ਗਿਆ। ਇਹ ਸੇਵਕ ਦਾਸ ਇਕੱਠੇ ਹੋ ਕਰਕੇ ਉਹਦਾ ਸੰਸਕਾਰ ਕਰਨਾ ਚਾਹੁੰਦੇ ਹਨ। ਉਸ ਸਮੇਂ ਸਤਿਗੁਰੂ ਜੀ ਨੇ ਮੇਵੜੇ ਗੁਰਮੁਖ ਨੂੰ ਭੇਜਿਆ ਵੀ ਜਾ ਕਰਕੇ ਉਹਨਾਂ ਨੂੰ ਕਹੋ। ਇਸੇ ਤਰ੍ਹਾਂ ਸੀੜੀ ਦੇ ਉੱਪਰ ਜਿਹੜਾ ਉਹਨਾਂ ਨੇ ਮੁਰਦਾ ਪਾਇਆ ਹੋਇਆ ਸਾਡੇ ਪਾਸ ਲੈ ਕਰਕੇ ਆਉਣ। ਇਤਿਆਦਿਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ। ਆਪਣੇ ਮਨਾਂ ਨੂੰ ਇਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਮੁਖ ਤੇ ਸੁਨ ਕੈ ਅਰਦਾਸੀਏ। ਜਦੋਂ ਸਤਿਗੁਰੂ ਜੀ ਦਾ ਜਿਹੜਾ ਹੁਕਮ ਮੇਵੜੇ ਗੁਰ ਸਿੱਖ ਨੇ ਸੁਣ ਲਿਆ ਸੀ, ਬੇਨਤੀ ਕੀਨਸ ਨਮਰ ਆਗਾਦੀ। ਇਹਨੇ ਫਿਰ ਆਉਣ ਸਾਰ ਸਤਿਗੁਰੂ ਜੀ ਦੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕਰ ਦਿੱਤੀ ਹੈ। ਸਾਚ ਗੁਰੂ ਪਾਤਸ਼ਾਹ ਵੱਡੀ। ਇਹ ਗਰੀਬ ਨਵਾਜ਼ ਸੱਚੇ ਪਾਤਸ਼ਾਹ, ਉਹਨਾਂ ਦੇ ਮਨ ਦੇ ਵਿੱਚ ਤਾਂ ਬੜਾ ਬੈਰਾਗ ਪੈਦਾ ਹੋ ਚੁੱਕਿਆ ਹੈ। ਦਰਸ਼ਨ ਤੇ ਹੋਬਤ ਸਿੱਖ ਉਧਾਰੀ। ਆਪ ਦੇ ਦੀਦਾਰ ਕਰਨ ਦੇ ਨਾਲ ਹੀ ਸਿੱਖਾਂ ਦੀ ਕਲਿਆਣ ਹੋ ਜਾਂਦੀ ਹੈ। ਰਾਬਰ ਕੋ ਦਰਸ਼ਨ ਰੋ ਕੀਰਤਨ। ਜਿਹੜੇ ਪ੍ਰੇਮੀ ਰੱਬੀ ਬਾਣੀ ਦਾ ਕੀਰਤਨ ਕਰਨ ਵਾਲੇ ਹਨ, ਸਿੱਖ ਕਰੈ ਸਗਰੀ ਇਸ ਬਾਰੀ। ਇਹ ਹੁਣ ਸਾਰੇ ਇਕੱਠੇ ਹੋ ਕੇ ਬੜਾ ਬੈਰਾਗਮਈ ਕੀਰਤਨ ਕਰਨ ਲੱਗ ਪਏ ਨੇ। ਹਵੈ ਸਭ ਕੀ ਅਬ ਸ਼੍ਰੀਆ ਭਲੀ। ਹੁਣ ਇਹਨਾਂ ਦੀ ਕਲਿਆਣ, ਇਹਨਾਂ ਦੀ ਜਿਹੜੀ ਮੁਕਤੀ ਆਪ ਦੀ ਕਿਰਪਾ ਦੁਆਰਾ ਹੀ ਹੋ ਸਕਣੀ ਹੈ। ਅਗ ਦੋਖ ਮਿਟੈ ਪ੍ਰਭ ਫਿਰ ਉਚਾਰੀ। ਇਹ ਸੁਣ ਕਰਕੇ ਸਤਿਗੁਰੂ ਜੀ ਕਹਿ ਲੱਗੇ, ਪ੍ਰੇਮੀਆਂ ਗੱਲ ਤਾਂ ਤੇਰੀ ਠੀਕ ਹੈ। ਰੱਬੀ ਬਾਣੀ ਦੇ ਕੀਰਤਨ ਦੇ ਨਾਲ ਜਗਿਆਸੂਆਂ ਦੇ ਵੱਡੇ ਵੱਡੇ ਪਾਪ, ਵੱਡੇ ਵੱਡੇ ਜਿਹੜੇ ਗੁਨਾਹ ਵੀ ਨਾਸ ਹੋ ਜਾਂਦੇ ਹਨ। ਦੋਹਰਾ ਮਨਮੁਖ ਹਾਰਤ ਜਗਤ ਮਹਿ ਗੁਰਮੁਖ ਜਾਵਹਿ ਜੀਤ। ਪਰ ਜਿਹੜੇ ਨੇ ਮਨਮੁਖ, ਉਹ ਤਾਂ ਇਸ ਦੁਨੀਆ ਦੇ ਅੰਦਰ ਮਨੁੱਖਾ ਜਨਮ ਰੂਪੀ ਜਿਹੜੀ ਹੈ ਬਾਜੀ ਹਾਰ ਕੇ ਜਾਂਦੇ ਹਨ। ਤੇ ਜਿਹੜੇ ਨੇ ਗੁਰਮੁਖ, ਉਹਨਾਂ ਨੇ ਨਾਮ ਜਪਦਿਆਂ ਭਗਤੀ ਕਰਕੇ ਫਿਰ ਇਸ ਮਨੁੱਖਾ ਰੂਪੀ ਬਾਜੀ ਨੂੰ ਜਿੱਤ ਵੀ ਲਿਆ ਸੀ। ਭਰਤ ਭਾਰਤ ਸਾਬਤ ਸਿਦਕ ਪ੍ਰੀਤ ਪ੍ਰਤੀਤ ਹੈ ਚੀਤ। ਪਰ ਜਿਨ੍ਹਾਂ ਦੇ ਮਨ ਦੇ ਅੰਦਰ ਸਿਦਕ ਹੈ, ਯਕੀਨ ਹੈ, ਭਰੋਸਾ ਹੈ ਵੀ ਉਹੀ ਫਿਰ ਗੁਰੂ ਬਾਬਾ ਜੀ ਦੇ ਦਰ ਕਰਦੇ ਬੜੇ ਪ੍ਰੇਮੀ ਹੋਇਆ ਕਰਦੇ ਹਨ। ਸਵਈਆ ਸੂਰਜ ਕੋ ਦਰਸ਼ਨ ਕਰੈ ਸਭ। ਆ ਸੂਰਜ ਦੇਵਤੇ ਦਾ ਦਰਸ਼ਨ ਤਾਂ ਸਾਰੀ ਦੁਨੀਆ ਦੇ ਲੋਕ ਕਰਦੇ ਹਨ। ਪਾਪ ਕਮਾਏ ਸੋ ਦੋਜਕ ਜਾਵੇ। ਪਰ ਜੇ ਹੁਣ ਸੂਰਜ ਦੀ ਰੋਸ਼ਨੀ 'ਚ ਕੋਈ ਵੱਡੇ ਵੱਡੇ ਪਾਪ ਗੁਨਾਹ ਕਮਾਊ ਨੇ ਤਾਂ ਫਿਰ
ਮਰਨ ਤੋਂ ਬਾਅਦ ਦੋਜਕਾਂ ਦੇ ਵਿੱਚ ਹੀ ਪੈਣਾ ਹੈ। ਪਾਣੀ ਸੋ ਦੇਵ ਨਹੀਂ ਜਗ ਭੀਤਰ। ਆ ਜਲ ਦੇਵਤੇ ਦੇ ਸਮਾਨ ਦੁਨੀਆ ਦੇ ਅੰਦਰ ਸੰਸਾਰ ਦੇ ਵਿੱਚ ਕੋਈ ਜਿਹੜਾ ਸ਼੍ਰੋਮਣੀ ਜਾਂ ਵੱਡਾ ਦੇਵਤਾ ਨਹੀਂ ਮੰਨਿਆ ਜਾਂਦਾ ਹੈ। ਭੀਟਤ ਤੀਰਥ ਪ੍ਰੇਤ ਬੁਲਾਵੇ। ਹੁਣ ਜਿਉਂਦੇ ਜੀ ਤਾਂ ਇਹ ਮਨੁੱਖ ਤੀਰਥਾਂ ਦੇ ਉੱਪਰ ਜਾ ਕਰਕੇ ਇਸ਼ਨਾਨ ਕਰਦੇ ਹਨ, ਪਰ ਜਦੋਂ ਮਨੁੱਖ ਦੇ ਵਿੱਚੋਂ ਪ੍ਰਾਣ ਜਾਂ ਹਵਾ ਨਿਕਲ ਗਈ, ਉਹ ਤਾਂ ਪ੍ਰੇਤ ਕਰ ਭਾਗੀ। ਉਹੀ ਫਿਰ ਉਸ ਨੂੰ ਪ੍ਰੇਤ ਕਹਿਣ ਲੱਗ ਜਾਂਦੇ ਹਨ। ਇੰਦ ਕੇ ਤਾਰਾ ਕੇ ਪੌਣ ਸੁਰੇ ਸੁਰ। ਚਾਹੇ ਤਾਰੇ ਨੇ ਚਾਹੇ ਚੰਦਰਮਾ ਦੇਵਤਾ ਹੈ, ਦੇਖਣ ਤੇ ਨਹਿ ਛੂਟਣ ਪਾਵੇ। ਇਹਨਾਂ ਦੇ ਦੇਖਣ ਦੇ ਨਾਲ ਕਦੇ ਕਿਸੇ ਦਾ ਅਜੇ ਤੱਕ ਛੁਟਕਾਰਾ ਨਹੀਂ ਹੋਇਆ ਹੈ। ਲੌਕਿਕ ਰੀਤ ਕੀ ਲਾਜ ਭਰੇ ਜਨ। ਜਿਹੜੇ ਹੁਣ ਇੱਕ ਲੌਕਿਕ ਰੀਤੀ ਦੀ ਸ਼ਰਮ ਦੇ ਨਾਲ ਹੀ ਲੋਕ ਭਰੇ ਹੋਏ ਹਨ। ਹੋਏ ਪ੍ਰਤੀਤ ਤਉ ਨਾਮ ਧਰਾਵੇ। ਜੇ ਤਾਂ ਹਿਰਦੇ ਦੇ ਅੰਦਰ ਯਕੀਨ ਭਰੋਸਾ ਪੈਦਾ ਹੋ ਗਿਆ, ਫਿਰ ਪਰਮਾਤਮਾ ਦਾ ਨਾਮ ਜਪ ਕਰਕੇ ਵੱਡੇ ਪਾਪੀ ਵੱਡੇ ਜਿਹੜੇ ਚੋਰ ਡਾਕੂ ਉਹ ਵੀ ਤਰ ਜਾਂਦੇ ਹਨ। ਚੌਪਈ ਪ੍ਰੀਤ ਪ੍ਰਤੀਤ ਬਹੀਨੇ ਲੋਕ। ਪਰ ਜਿਨ੍ਹਾਂ ਦੇ ਚਿੱਤ ਦੇ ਅੰਦਰ ਸੰਗਤ ਕਰਦਿਆਂ ਅਜੇ ਵੀ ਕੋਈ ਨਾ ਤਾਂ ਸ਼ਰਧਾ ਪੈਦਾ ਹੋਈ ਹੈ, ਨਾ ਕੋਈ ਚਿੱਤ ਦੇ ਅੰਦਰ ਭਰੋਸਾ ਵੀ ਨਹੀਂ ਵਧਿਆ ਹੈ, ਜਨਮ ਮਰਨ ਨਿਤ ਪ੍ਰਾਪਤ ਸ਼ੋਕ। ਉਹ ਫਿਰ ਸ਼ੋਕ ਦੇ ਸਹਿਤ ਹੋ ਕੇ ਉਹ ਜਨਮ ਮਰਨ ਦੇ ਚੱਕਰਾਂ 'ਚ ਹੀ ਉਹ ਘੁੰਮਦੇ ਰਹਿੰਦੇ ਹਨ। ਸਿਦਕ ਨਾ ਹਿਰਦੈ ਰਚਿਓ ਪਰਪੰਚ। ਸਤਿਗੁਰੂ ਜੀ ਇਹਨਾਂ ਸਾਰੀਆਂ ਸੰਗਤਾਂ ਦੀ ਨਾ ਦਇਆ ਕਰਕੇ ਹਾਲਤ ਮੇਵੜੇ ਗੁਰਸਿੱਖ ਨੂੰ ਇਹ ਬਚਨ ਸੁਣਾਏ ਵੀ ਆ ਜਿਹੜਾ ਬਹੁਤ ਇਕੱਠ ਵਾਟ ਇਹਨਾਂ ਨੇ ਇਕੱਠਾ ਕੀਤਾ ਹੋਇਆ, ਇਹਨਾਂ ਦੇ ਚਿੱਤ ਦੇ ਅੰਦਰ ਕੋਈ ਸ਼ਰਧਾ ਨਹੀਂ, ਅਜੇ ਤੱਕ ਭਾਵਨਾ ਨਹੀਂ ਪੈਦਾ ਹੋਈ ਹੈ। ਦੇਖਾ ਦੇਖੀ ਹੋਏ ਨਰ ਸੰਚ। ਇਹਨਾਂ ਦਾ ਕੀਰਤਨ ਸੁਣਾ ਕਰਕੇ ਆਲੇ ਦੁਆਲੇ ਤੋਂ ਬੜੀਆਂ ਸੰਗਤਾਂ ਇਕੱਤਰ ਹੋ ਗਈਆਂ ਹਨ। ਜੇ ਪਰਖਿਓ ਚਾਹਤ ਇਨ ਤਾਈ। ਉਹ ਸਮੇਂ ਸਤਿਗੁਰੂ ਜੀ ਮੇਵੜਾ ਗੁਰਸਿੱਖ ਨੂੰ ਕਹਿਣ ਲੱਗੇ ਵੀ ਤੇ ਤਾਂ ਇਹਨਾਂ ਦੀ ਪਰਖ ਹੀ ਕਰਨੀ ਹੈ। ਮੌਨ ਧਾਰ ਲਿਓ ਅਗਨ ਲੁਕਾਈ। ਤਾਂ ਚੁੱਪਚਾਪ ਇੱਕ ਮਾੜੀ ਜੀ ਜਿਹੜੀ ਬਲਦੀ ਹੋਈ ਕੋਈ ਉਹ ਲੱਕੜ ਲੰਗਰ ਦੇ ਵਿੱਚੋਂ ਚੁੱਕ ਕਰਕੇ ਲਿਆਉਣੀ ਹੈ। ਜਵਲਤੀ ਦੇਹੋ ਮ੍ਰਿਤਕ ਕੇ ਤਰੀ। ਆ ਜਿਤਨੇ ਵੀ ਨਾ ਇਹ ਬੈਰਾਗ ਦੇ ਵਿੱਚ ਆ ਕੇ ਅਰਬੀ ਬਾਣੀ ਦੇ ਸ਼ਬਦਾਂ ਦੇ ਕੀਰਤਨ ਕਰ ਰਹੇ ਹਨ ਵੀ ਆ ਕੋਈ ਪ੍ਰੇਮੀ ਪੰਜ ਭੌਤਿਕ ਸਰੀਰ ਤਿਆਗਿਆ। ਮਹਾਰਾਜ ਕਹਿਣ ਲੱਗੇ ਇਹਨਾਂ ਨੂੰ ਕੋਈ ਵੀ ਪਤਾ ਨਹੀਂ ਲੱਗਣਾ ਚਾਹੀਦਾ ਹੈ। ਆਪਰਨ ਕੋ ਨਹਿ ਜਿਮ ਲਖ ਭਰੀ। ਇਹੋ ਜਿਹੇ ਢੰਗ ਤਰੀਕੇ ਦੇ ਨਾਲ ਤਾਂ ਕੋਈ ਛੋਟੀ ਜੀ ਬਲਦੀ ਹੋਈ ਜਿਹੜੀ ਲੱਕੜ ਲੰਗਰ ਦੇ ਵਿੱਚੋਂ ਚੁੱਕ ਕਰਕੇ ਲਿਆਉਣੀ ਹੈ। ਬਿਸਮਿਓ ਬਚਨ ਮਾਨ ਹਰਦਾਸੀ। ਹੁਣ ਅਰਦਾਸੀਆ ਵੀ ਮਹਾਰਾਜ ਦੇ ਸੁਣ ਕੇ ਬਚਨ ਮਨ ਦੇ ਵਿੱਚ ਬੜਾ ਹੈਰਾਨ ਹੋ ਗਿਆ ਸੀ। ਉਤ ਲਾਵਤ ਗਮਨਿਓ ਤਜ ਪਾਸੀ। ਉਸੇ ਬਾਤ ਚੱਕ ਮੈਂ ਪੈਰ ਇਹ ਜਿਹੜਾ ਗੁਰਮੁਖ ਲੰਗਰ ਦੇ ਵਿੱਚ ਜਦੋਂ ਪਹੁੰਚਿਆ ਸੀ, ਜਵਲਤੀ ਦੇਗ ਵਿਖੇ ਵੱਡ ਪਾਠੀ। ਜਿੱਥੇ ਹੁਣ ਲੰਗਰ ਦੇ ਵਿੱਚ ਤਾਂ ਛੋਟੀਆਂ ਵੱਡੀਆਂ ਲੱਕੜਾਂ ਭੱਠੀਆਂ ਦੇ ਵਿੱਚ ਤਕਰੀਬਨ ਜਲਿਆ ਹੀ ਕਰਦੀਆਂ ਹਨ, ਤੈਂ ਤੇ ਲੀਨਸ ਅਗਨ ਉਠਾਈ। ਛੋਟੀ ਜਿਹੀ ਕ ਲੱਕੜ ਬਲਦੀ ਹੋਈ ਇਹਨੇ ਲੰਗਰ ਦੇ ਵਿੱਚ ਉਠਾ ਲਈ ਹੈ। ਆਵਤ ਤਾਂ ਪਿਹ ਥਲ ਤਲਾਵਤ। ਬੜੀ ਤੇਜ਼ੀ ਦੇ ਨਾਲ ਉਸ ਥਾਂ ਤੇ ਜਿਹੜਾ ਮੇਵੜਾ ਗੁਰਸਿੱਖ ਪਹੁੰਚ ਗਿਆ ਹੈ। ਜਵਲਤ ਹਾਥ ਮਹਿ ਗਹਿਓ ਚਮਾਤਾ। ਹੁਣ ਜਿਹੜੀ ਬਲਦੀ ਹੋਈ ਲੱਕੜ ਇਹਨੇ ਪਹਿਲਾਂ ਲੰਗਰ ਦੇ ਵਿੱਚੋਂ ਚੁੱਕ ਕਰਕੇ ਲਿਆਂਦੀ ਸੀ। ਦਿਓ ਮ੍ਰਿਤਕ ਕੀ ਸੀੜੀ ਤਰੀ। ਇਹਨੇ ਅੱਖ ਬਚਾ ਕਰਕੇ ਉਹ ਜਿਹੜੀ ਬਲਦੀ ਹੋਈ ਲੱਕੜ ਮੁਰਦੇ ਦੀ ਜਿਹੜੀ ਸੀੜੀ ਉਹਦੇ ਥੱਲੇ ਕਰ ਦਿੱਤੀ ਸੀ। ਜਿਮ ਗੁਰ ਕਹੀ ਤਥਾ ਹੀ ਕਰੀ। ਜਿਵੇਂ ਸਤਿਗੁਰੂ ਜੀ ਨੇ ਆਗਿਆ ਕੀਤੀ ਵੀ ਪਤਾ ਨਹੀਂ ਲੱਗਣਾ ਚਾਹੀਦਾ। ਜੋ ਵੀ ਚਾਰੇ ਪਾਸੇ ਬੜੇ ਇਕੱਠੇ ਹੋ ਕਰਕੇ ਬਾਰ ਰੋਦਨ
ਬਿਰਲਾਪ ਕਰ ਰਹੇ ਹਨ। ਅਗਨ ਸੀਖ ਜਾਨਾ ਜਰਬੇ ਲਾਗਾ। ਹੁਣ ਜਦੋਂ ਮਾੜਾ ਜਿਹਾ ਬਲਦੀ ਹੋਈ ਲੱਕੜ ਨੂੰ ਥੱਲੇ ਕਰਨ ਦੀ ਦੇਰ ਸੀ, ਨਾਲ ਦੀ ਨਾਲ ਉਹਦੇ ਕੱਪੜਿਆਂ ਨੂੰ ਅੱਗ ਚੜ੍ਹਨੀ ਸ਼ੁਰੂ ਹੋ ਗਈ ਹੈ। ਸਹਿ ਕਿਮ ਸਕਹਿ ਚਹਿਤ ਤਬ ਭਾਗਾ। ਜਿਵੇਂ ਇਹਦੇ ਸਰੀਰ ਨੂੰ ਲੱਗਿਆ ਸੇਕ, ਵਿਚਾਰੇ ਨੂੰ ਹੁਣ ਸੀੜੀ ਤੇ ਪੈਣਾ ਵੀ ਬੜਾ ਔਖਾ ਹੋ ਗਿਆ ਹੈ। ਸਭ ਗਿਣਤੀ ਤਜ ਫਾਰ ਦੁਸ਼ਾਲਾ। ਜਦੋਂ ਮੁਰਦੇ ਨੇ ਦੇਖਿਆ ਵੀ ਜੇ ਮੈਂ ਕਫਨ ਪਾਰ ਕਰਕੇ ਨਾ ਉੱਠਿਆ, ਇਸ ਅੱਗ ਨੇ ਤਾਂ ਮੇਰੇ ਅੰਗ ਸਾੜ ਕਰਕੇ ਰੱਖ ਦੇਣੇ ਹਨ। ਤਜਿਓ ਕਫਨ ਕੋ ਤੋਰਨ ਚਾਲਾ। ਜਿਵੇਂ ਜਿਵੇਂ ਸਰੀਰ ਨੂੰ ਚੜ੍ਹਨ ਲੱਗਿਆ ਸੇਕ, ਇਹ ਤਾਂ ਫਿਰ ਪਾੜ ਕਰਕੇ ਕਫਨ ਨੂੰ ਬਾਹਰ ਨਿਕਲ ਆਇਆ ਸੀ। ਭਾਗ ਗਇਓ ਚੀਰਤ ਵੱਡ ਪੀਰ। ਬਹੁਤ ਸਮੇਂ ਸੰਗਤਾਂ ਦੀ ਭੀੜ ਨੂੰ ਚੀਰਦਾ ਹੋਇਆ ਬਾਹਰ ਉਹ ਜ਼ਾੜਾ ਬਿਆਬਾਨਾਂ ਦੇ ਵੱਲ ਦੌੜ ਗਿਆ ਸੀ। ਨਹਿ ਤਿਰ ਭਇਓ ਕਿਸੀ ਕੇ ਤੀਰ। ਹੁਣ ਸ਼ਰਮ ਦਾ ਮਾਰਿਆ ਕਿਸੇ ਦੇ ਅੱਗੇ ਖੜਾ ਵੀ ਨਹੀਂ ਹੋ ਸਕਦਾ ਸੀ। ਨਰ ਸੰਗਤ ਕੀ ਸਭ ਬਿਸਮਾਈ। ਜਦੋਂ ਮਹਾਰਾਜ ਨੇ ਐਸੀ ਲੀਲਾ ਵਰਤਾਈ ਦੇ ਕਰਕੇ ਸਾਰੇ ਪ੍ਰੇਮੀ ਮਨ ਦੇ ਵਿੱਚ ਬੜੇ ਹੈਰਾਨ ਹੋ ਗਏ ਨੇ ਇਹ ਭਾਣਾ ਕਿਆ ਗੁਰ ਵੀ ਵਰਤਾਈ। ਦੇਖੋ ਕਿਹਦਾ ਭਾਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਹਮਣੇ ਵਰਤਾ ਕਰਕੇ ਦਿਖਾ ਦਿੱਤਾ ਹੈ। ਕੀਰਤਨੀਏ ਸਿੱਖ ਸਭ ਘਰ ਕੀਰੀ। ਹੁਣ ਜਿਹੜੇ ਪਹਿਲਾਂ ਬਿਰਾਗ ਦੇ ਵਿੱਚ ਬੜੇ ਸ਼ਬਦਾਂ ਦਾ ਕੀਰਤਨ ਕਰ ਰਹੇ ਸੀ, ਟਿਕੀ ਸ਼ਰਮਿੰਦਤ ਭਈ ਕਨੇਰੀ। ਦੇਖਣ ਸਾਰ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ ਹਨ। ਸੁਣੈ ਦਿਹ ਇਹ ਸਵਰਗ ਸਿਧਾਰਿਓ। ਉਹ ਸਮੇਂ ਸਤਿਗੁਰੂ ਜੀ ਕਹਿਣ ਲੱਗੇ, ਭਾਈ ਤੁਹਾਡਾ ਕੀਰਤਨ ਕੀਤਾ ਹੋਇਆ ਸਫਲਾ ਹੋ ਗਿਆ। ਆ ਦੇਖੋ ਜਿਹੜਾ ਸੀ ਤੁਹਾਡਾ ਮੁਰਦਾ, ਇਹ ਤਾਂ ਸਣ ਦੇ ਸੁਰਗਾਂ ਦੇ ਵਿੱਚ ਪਹੁੰਚ ਚੁੱਕਿਆ ਹੈ। ਲਾਜ ਸਬਨ ਕੀ ਆਂਖਨ ਆਈ। ਜਦੋਂ ਸਤਿਗੁਰੂ ਜੀ ਨੇ ਇਹ ਬਚਨ ਕੀਤੇ, ਸੁਣ ਕਰਕੇ ਸਾਰਿਆਂ ਨੇ ਸ਼ਰਮ ਦੇ ਸਹਿਤ ਨੀਵੀਆਂ ਪਾ ਲਈਆਂ ਹਨ। ਗੁਰ ਸਨਮੁਖ ਨਹਿ ਨਾਰ ਉਠਾਈ। ਕੋਈ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਆਪਣਾ ਜਿਹੜਾ ਮੁਖ ਉੱਚਾ ਕਰਕੇ ਨਹੀਂ ਦੇਖਦਾ ਸੀ। ਸ੍ਰੀ ਕਲਗੀਧਰ ਦੀਖ ਬਖਾਨਾ। ਇਹ ਦੇ ਕਰਕੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਸਾਰਿਆਂ ਦੇ ਸਾਹਮਣੇ ਕਹਿਣ ਲੱਗੇ ਸੀ, ਤੁਮਰੋ ਕੀਰਤਨ ਫਲਿਓ ਮਹਾਨਾ। ਭਾਈ ਤੁਹਾਡਾ ਅਰਬੀ ਬਾਣੀ ਦਾ ਕੀਤਾ ਹੋਇਆ ਕੀਰਤਨ ਤਾਂ ਬਹੁਤ ਜ਼ਿਆਦਾ ਫਲੀਭੂਤ ਹੋ ਗਿਆ ਹੈ। ਸਿੱਖੋ ਸ਼ਬਦ ਸਭ ਪ੍ਰੇਮ ਉਚਾਰਿਓ। ਐ ਗੁਰ ਸਿੱਖੋ ਕਿਹੋ ਜੇ ਪ੍ਰੇਮ ਦੇ ਵਿੱਚ ਆ ਕਰਕੇ ਤੁਸੀਂ ਸ਼ਬਦਾਂ ਦਾ ਗਾਇਨ ਕੀਤਾ ਸੀ। ਸਨੈ ਦਿਹ ਇਹ ਸਵਰਗ ਸਿਧਾਰਿਓ। ਤੁਹਾਡਾ ਜਿਹੜਾ ਮੁਰਦਾ ਤਾਂ ਸਣ ਦੇ ਉਹ ਸੁਰਗਾਂ ਦੇ ਵਿੱਚ ਪਹੁੰਚ ਚੁੱਕਿਆ ਹੈ। ਤਬ ਸਿੱਖਨ ਸਭ ਮਸਤਕ ਟੇਕੀ। ਇਹ ਦੇ ਕਰਕੇ ਤਾਂ ਫਿਰ ਸੰਗਤਾਂ ਮਹਾਰਾਜ ਦੇ ਅੱਗੇ ਨਮਸਕਾਰਾਂ ਕਰਨ ਲੱਗ ਪਈਆਂ ਸਨ। ਪਾਤਸ਼ਾਹੋ ਸੱਚ ਜਲਦ ਵਿਵੇਕੀ। ਇਹ ਗਿਆਨ ਦੇ ਸਾਗਰ ਸਤਿਗੁਰੂ ਸੱਚੇ ਪਾਤਸ਼ਾਹ ਵੀ ਅਸੀਂ ਤਾਂ ਹਰ ਵਕਤ ਇਹੋ ਜਿਹੇ ਵੱਡੇ ਵੱਡੇ ਪਾਪ, ਵੱਡੇ ਵੱਡੇ ਗੁਨਾਹ ਕਰਦੇ ਹੀ ਰਹਿੰਦੇ ਆ। ਤੁਮਰੀ ਗਤ ਤੁਮ ਹੀ ਪ੍ਰਭ ਜਾਨੋ। ਪਰ ਆਪ ਦੀ ਲੀਲਾ ਨੂੰ ਸਾਡੇ ਵਰਗੇ ਕਿਵੇਂ ਜਾਣ ਸਕਦੇ ਹਨ? ਕਿਸ ਮਹਿ ਸ਼ਕਤ ਜੋ ਲਿਹ ਪਛਾਨੋ। ਕਿਹਦੇ ਵਿੱਚ ਇਤਨੀ ਕਰਾਮਾਤ ਸ਼ਕਤੀ ਹੈ ਵੀ ਜਿਹੜਾ ਆਪਣੇ ਕੌਤਕਾਂ ਨੂੰ ਸਮਝ ਸਕਦਾ ਹੈ। ਦਇਆ ਸਿੰਧ ਤਬ ਸਭਨ ਸੁਨਾਇਓ। ਦਇਆ ਦੇ ਸਾਗਰ ਸਤਿਗੁਰੂ ਜੀ ਉਸ ਸਮੇਂ ਫਿਰ ਸਾਰੀਆਂ ਸੰਗਤਾਂ ਨੂੰ ਸਮਝਾਉਣ ਲੱਗੇ ਸਨ। ਸਿੱਖੋ ਜੋ ਪਰਪੰਚ ਬਣਾਇਓ। ਭਾਈ ਗੁਰ ਸਿੱਖੋ ਜੋ ਤੁਸੀਂ ਸਾਨੂੰ ਠੱਗਣ ਵਾਸਤੇ ਦੇ ਲੋ ਕਿਹੋ ਜਿਹਾ ਪਾਖੰਡ, ਕਿਹੋ ਜਿਹਾ ਆਇਆ ਛਲ ਫਰੇਬ ਕਰਨ ਲੱਗੇ ਸੀ। ਕਰ ਪੂਰਾ ਗਮਨਤ ਨਿਜ ਭਵਨੋ। ਜੇ ਕਦੇ ਤੁਸੀਂ ਇਸੇ ਤਰ੍ਹਾਂ ਪਖੰਡ ਨੂੰ ਕਰਕੇ ਨਾ ਆਪਣੇ ਘਰਾਂ ਦੇ ਵਿੱਚ ਵਾਪਸ ਪਹੁੰਚ ਜਾਣਾ ਸੀ, ਚਰਚਾ ਕਰਤ ਨਾ ਜਾਣਿਓ ਕਬਨੋ। ਫਿਰ ਘਰ ਘਰ ਦੇ ਵਿੱਚ ਥਾਂ ਥਾਂ ਤੇ ਤੁਸੀਂ ਚਰਚਾ ਸ਼ੁਰੂ ਕਰ ਦੇਣੀ ਸੀ ਵੀ ਦੇਖੋ ਅਸੀਂ ਤਾਂ ਸਤਿਗੁਰੂ ਜੀ ਨੂੰ ਵੀ ਕਿਵੇਂ ਠੱਗ ਕਰਕੇ ਘਰਾਂ ਦੇ ਵਿੱਚ ਪਹੁੰਚ ਗਏ ਆ। ਅਪਰ ਨਰਨ ਸਮ ਹਮ ਕਹੋ ਜਾਣਤ। ਫਿਰ ਤੁਸੀਂ ਸਾਨੂੰ ਮਨ ਦੇ ਵਿੱਚ ਆਮ ਪ੍ਰਾਣੀਆਂ ਦੇ ਸਮਾਨ ਸਮਝਣ ਲੱਗ ਜਾਣਾ ਸੀ ਵੀ ਸਤਿਗੁਰੂ ਜੀ ਸਰਬੱਗ ਅੰਤਰਜਾਮੀ ਤਾਂ ਹੈ ਨਹੀਂ। ਇਸੇ ਕਰਕੇ ਸਾਡੇ ਪਖੰਡ ਦੇ ਬਾਰੇ ਕੋਈ
ਪਤਾ ਨਹੀਂ ਲੱਗਿਆ ਹੈ। ਸਿੱਖੀ ਸਿਦਕ ਹਿਰਦੈ ਤੁਮਹਾਨਤ। ਫਿਰ ਤੁਹਾਡੇ ਮਨ ਦੇ ਵਿੱਚੋਂ ਜਿਹੜਾ ਸਿੱਖੀ ਤੇ ਸਿਦਕ, ਇਹ ਦੋਵੇਂ ਜਿਹੜੇ ਗੁਣ ਮਨਾਂ ਦੇ ਵਿੱਚੋਂ ਦੂਰ ਹੋ ਜਾਣੇ ਸਨ। ਜਾਂਤੀ ਨਹਿ ਪ੍ਰਾਪਤ ਕਲਿਆਣ। ਜੈ ਕਰ ਹਿਰਦੇ ਦੇ ਅੰਦਰ ਨਾ ਸਿਦਕ ਹੈ ਨਾ ਗੁਰਸਿੱਖੀ ਪੈਦਾ ਹੋਈ, ਉਹ ਫਿਰ ਜਿਹੜੇ ਗੁਰਮੁਖ ਨਰਕਗਾਮੀ ਹੋ ਜਾਇਆ ਕਰਦੇ ਨੇ। ਹੋਤ ਨਰਕ ਕੀ ਗਤੀ ਨਿਦਾਨ। ਜਿੱਥੇ ਹੁਣ ਸ਼ਰਧਾ ਭਾਵਨਾ ਹੀ ਨਾਸ ਹੋ ਗਈ ਉਹਨਾਂ ਦਾ, ਭਲਾ ਵੀ ਫਿਰ ਕੈਸੇ ਹੋ ਸਕਦਾ ਹੈ। ਹਮ ਸਿੱਖਨ ਕੋ ਚਹਿਤ ਉਧਾਰਿਓ। ਸਤਿਗੁਰੂ ਜੀ ਕਹਿ ਲੱਗੇ, ਭਾਈ ਅਸੀਂ ਤਾਂ ਆਪਣੇ ਗੁਰ ਸਿੱਖਾਂ ਦੀ ਸਦਾ ਵਾਸਤੇ ਕਲਿਆਣ ਕਰਨੀ ਚਾਹੁੰਦੇ ਹਾਂ। ਜਾਂਤੇ ਤੁਮਰੋ ਕਪਟ ਉਘਾਰਿਓ। ਇਸੇ ਕਰਕੇ ਜੋ ਤੁਸੀਂ ਮਨ ਦੇ ਵਿੱਚ ਬੜਾ ਕਪਟ, ਛਲ, ਪਾਖੰਡ ਧਾਰਨ ਕੀਤਾ ਹੋਇਆ ਸੀ, ਜਾਨੋਗੇ ਅਭਿਅੰਤਰ ਜਾਮੀ। ਹੁਣ ਤੁਹਾਨੂੰ ਇਸ ਹਕੀਕਤ ਦੇ ਉੱਪਰ ਯਕੀਨ ਭਰੋਸਾ ਆਪਣੇ ਆਪ ਹੋ ਜੂ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਸਰਬਾਗਾ ਨੇ, ਅੰਤਰਜਾਮੀ ਨੇ। ਜਿਹੜਾ ਅਸੀਂ ਇਹੋ ਜਿਹਾ ਟਕਵੰਜ ਪਖੰਡ ਦੇ ਸਹਿਤ ਰਚਿਆ ਸੀ, ਉਹ ਤਾਂ ਮਹਾਰਾਜ ਨੇ ਆਪਣੇ ਆਪ ਹੀ ਜਾਣ ਲਿਆ ਹੈ। ਲਖਿਓ ਮਹਾਤਮ ਠਾਨੋ ਸੁਆਮੀ। ਫਿਰ ਤੁਹਾਨੂੰ ਸਾਡੀ ਮਹਿਮਾ ਦੇ ਪ੍ਰਤੀ ਮਨ ਦੇ ਅੰਦਰ ਸੁਤੈ ਸਿੱਧੀ ਪਤਾ ਲੱਗ ਜਾਣਾ ਹੈ। ਸਿੱਖ ਸਮੀਪਨ ਬਿਨੈ ਸੁਨਾਈ। ਜਿਹੜੇ ਸਤਿਗੁਰੂ ਜੀ ਦੇ ਨਿਕਟ ਵਰਤੀ ਪ੍ਰੇਮੀ ਰਹਿਣ ਵਾਲੇ ਸਨ, ਬਖਸ਼ੋ ਇਨ ਕੋਰੀ ਚਤੁਰਾਈ। ਉਹਨਾਂ ਨੇ ਫਿਰ ਮਹਾਰਾਜ ਦੇ ਅੱਗੇ ਆਪਣੇ ਵੱਲੋਂ ਬਾਰ-ਬਾਰ ਦੋਵੇਂ ਹੱਥ ਜੋੜੇ ਸਨ। ਇਸ ਕ੍ਰਿਤ ਤੇ ਹੋਏ ਦੋਖ ਨਾ ਕੋਈ। ਸੱਚੇ ਪਾਤਸ਼ਾਹ ਵੀ ਆਪ ਨੇ ਇਹੋ ਜਿਹਾ ਖੇਲ ਵਰਤਾਇਆ ਵੀ ਜਿਸ ਕਰਕੇ ਇਹਨਾਂ ਦੇ ਮਨ ਦੇ ਵਿੱਚ ਹੁਣ ਬੜੀ ਸ਼ਰਧਾ ਭਾਵਨਾ ਆਪਣੇ ਆਪ ਹੀ ਪੈਦਾ ਹੋ ਜਾਣੀ ਹੈ। ਭਈ ਰੋਕ ਛਲ ਠਾਨਿਓ ਸੋਈ। ਪਹਿਲਾਂ ਮਹਾਰਾਜ ਨੇ ਸਾਰੀਆਂ ਸੰਗਤਾਂ ਨੂੰ ਬਾਹਰੋਂ ਜਾਣ ਤੋਂ ਜੋ ਰੋਕ ਦਿੱਤਾ ਸੀ। ਦੋਹਰਾ ਸੁਨ ਸਿੱਖਨ ਤੇ ਸਤਿਗੁਰੂ ਕਿਰਪਾ ਦ੍ਰਿਸ਼ਟ ਅਬਲੋਕ। ਪਰ ਇਹ ਤਾਂ ਹੁਣ ਪਾਖੰਡ ਛਲ ਫਰੇਬ ਦੁਆਰਾ ਇਹ ਸਰਬੱਗਾ ਨੂੰ ਵੀ ਛਲਣਾ ਚਾਹੁੰਦੇ ਸਨ। ਸਭਨ ਸੁਨਾਵਤ ਭਜਨ ਤੇ ਉਚਰਿਓ ਏਕ ਸ਼ਲੋਕ। ਉਹ ਸਮੇਂ ਫਿਰ ਸਤਿਗੁਰੂ ਜੀ ਨੇ ਸਾਰੇ ਪ੍ਰੇਮੀਆਂ ਨੂੰ ਸੁਣਾਉਂਦਿਆਂ ਹੋਇਆਂ ਇੱਕ ਸ਼ਲੋਕ ਵੀ ਆਪਣੀ ਰਸਨਾ ਤੋਂ ਉਚਾਰਨ ਕੀਤਾ ਸੀ। ਵਿਛੜੇ ਕੋ ਮੇਲੇ ਗੁਰੂ ਸਭ ਕੋ ਬਖਸ਼ਨ ਹਾਰ। ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਸਤਿਗੁਰੂ ਜੀ ਨੇ ਲੋਕ ਔਰ ਪਰਲੋਕ ਦੇ ਬਸੀਠ ਵਕੀਲ ਮਹਾਰਾਜ ਦਾ ਫਿਰ ਵਿਛੜਿਆ ਹੋਇਆਂ ਨੂੰ ਵੀ ਆਪਣੇ ਆਪ ਹੀ ਮੇਲ ਦਿੰਦੇ ਹਨ। ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਢੀਠ। ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਇਸੇ ਮਕਸਦ ਦੇ ਲਈ ਤਾਂ ਸਤਿਗੁਰੂ ਜੀ ਅਮਾਦਲੋ ਦੀ ਧਰਤੀ ਦੇ ਉੱਪਰ ਪ੍ਰਗਟ ਹੋਇਆ ਕਰਦੇ ਨੇ। ਵਿਛੜਿਆ ਮੇਲਾ ਪ੍ਰਭੂ ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕੱਟੈ ਹੋਮੈ ਰੋਗ। ਨਾਨਕ ਸਤਿਗੁਰ ਤੇ ਨਾਮ ਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਸਤਿਗੁਰੂ ਜੀ ਨੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਸਮਝਾਉਣਾ ਕੀਤਾ ਸੀ। ਬਖਸ਼ਨ ਹਾਰਾ ਬਖਸ਼ ਲੈ ਨਾਨਕ ਪਾਰ ਉਤਾਰ। ਇਹ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਸਾਡੇ ਵਰਗੇ ਪਾਪੀਆਂ ਨੂੰ, ਅਪਰਾਧੀਆਂ ਨੂੰ ਲੇਖਾ ਕਤੈ ਨਾ ਛੁੱਟੀ ਹੈ। ਕਿਨ ਕਿਨ ਭੂਲਨ ਹਾਰ ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਆਪ ਨੇ ਹੀ ਉਹ ਸਾਨੂੰ ਸੰਸਾਰ ਸਾਗਰ ਤੋਂ ਪਾਰ ਕਰਨਾ ਹੈ। ਚਉਪਈ ਭਈ ਪ੍ਰਸੰਨ ਬਾਕ ਕੋ ਕਹਿਓ। ਇਹ ਬਚਨ ਸੁਣ ਕਰਕੇ ਸੰਗਤਾਂ ਵੀ ਮਨ ਦੇ ਵਿੱਚ ਬੜਾ ਖੁਸ਼ ਹੋ ਗਈਆਂ ਸੀ। ਕਰ ਕੋ ਕਾਜ ਸਭਨ ਕੋ ਲਹਿਓ। ਪਰ ਸਤਿਗੁਰੂ ਜੀ ਨੇ ਸਰਬੱਗ ਪਤਾ ਹੈ ਵੀ ਵਿਚਾਰੇ ਕਲਯੁਗੀ ਜੀਵ ਨੇ, ਇਹਨਾਂ ਦੇ ਮਨ ਦੇ ਅੰਦਰ ਅਜੇ ਆ ਦੁਨਿਆਵੀ ਕੰਮ ਧੰਦਿਆਂ ਨਹੀਂ ਦੇ ਬੜੀ ਖਿੱਚ ਭਰੀ ਹੋਈ ਹੈ। ਗਵਨੋ ਭਵਨ ਰਟੋ ਸਤਨਾਮੋ। ਸਤਿਗੁਰੂ ਜੀ ਨੇ ਫਿਰ ਸਾਰੇ ਪ੍ਰੇਮੀਆਂ ਨੂੰ ਘਰਾਂ ਨੂੰ ਜਾਣ ਵਾਸਤੇ ਆਗਿਆ ਦੇ ਦਿੱਤੀ ਸੀ। ਸਤ ਸੰਗਤ ਸੇਵੋ ਅਬਰਾਮੋ। ਉਥੇ ਮਹਾਰਾਜ ਨੇ
ਸਤ ਸੰਗ ਦੇ ਵਿੱਚ ਜਾ ਕਰਕੇ ਸੇਵਾ ਕਰਨ ਔਰ ਪਰਮਾਤਮਾ ਦਾ ਨਾਮ ਜਪਣ ਦੇ ਲਈ ਵੀ ਆਪਣੇ ਵੱਲੋਂ ਪ੍ਰਵਚਨ ਕੀਤੇ ਸੀ। ਗੁਰ ਘਰ ਕੋ ਸਭ ਸਿਦਕ ਕਮਾਵੋ। ਸਤਿਗੁਰੂ ਜੀ ਕਹਿਣ ਲੱਗੇ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਤੁਸੀਂ ਹਿਰਦੇ ਦੇ ਅੰਦਰ ਸਿਦਕ ਭਰੋਸਾ ਵੀ ਧਾਰਨ ਕਰਕੇ ਰੱਖਣਾ ਹੈ। ਹੋਲ ਦੁਸ਼ਹਿਰਾ ਦਰਸ਼ਨ ਆਵੋ। ਜਦੋਂ ਵੀ ਵਿਸਾਖੀ ਹੈ ਜਾਂ ਫਿਰ ਹੋਲੇ ਮਹੱਲੇ ਦਾ ਤਿਉਹਾਰ, ਇਹਨਾਂ ਸਮਿਆਂ 'ਤੇ ਜ਼ਰੂਰ ਆ ਕਰਕੇ ਗੁਰੂ ਦਰਬਾਰ ਦੇ ਦਰਸ਼ਨ ਕਰਨੇ ਹਨ। ਸੁਨ ਬਖਸ਼ਨ ਕੋ ਸਭ ਹਰ ਖਾਈ। ਜਦੋਂ ਸਤਿਗੁਰੂ ਜੀ ਨੇ ਬਖਸ਼ਣ ਦੇ ਵਚਨ ਕੀਤੇ, ਸੁਣ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਬੜੀਆਂ ਖੁਸ਼ੀਆਂ ਵੀ ਪੈਦਾ ਹੋ ਗਈਆਂ ਸਨ। ਕਰ ਜੋਰ ਹੈ ਸਭ ਸੀਸ ਨਿਵਾਈ। ਚਾਹੇ ਕੋਈ ਮਾਈ ਹੈ ਚਾਹੇ ਭਾਈ ਹੈ, ਸੁਣ ਕਰਕੇ ਸਾਰੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਣ ਲੱਗ ਪਏ ਸਨ। ਗਵਨੇ ਭਵਨ ਖੁਸ਼ੀ ਗੁਰ ਲੈ ਕੇ। ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਸਾਰੀਆਂ ਸੰਗਤਾਂ ਆਪੋ ਆਪਣੇ ਸ਼ਹਿਰਾਂ ਆਪੋ ਆਪਣੇ ਇਲਾਕਿਆਂ ਨੂੰ ਵਾਪਸ ਚਲੀਆਂ ਗਈਆਂ ਸਨ। ਬਹੁ ਕਲਿਆਣ ਆਪਣੀ ਪੈ ਕੇ। ਦੇ ਲਿਆ ਵੀ ਹੁਣ ਸਤਿਗੁਰੂ ਜੀ ਨੇ ਸਾਡੇ ਇਹ ਕਲਿਆਣ ਦੇ ਲਈ ਕਿਹੋ ਜਿਹੇ ਬਚਨ ਵੀ ਰਸਨਾ ਤੋਂ ਕਹਿ ਦਿੱਤੇ ਹਨ। ਜਹ ਕਹੇ ਸਤਿਗੁਰ ਕੋ ਜਸ ਫੈਲਾ। ਚਾਰੇ ਪਾਸੇ ਸਤਿਗੁਰੂ ਜੀ ਦਾ ਜਸ ਵੀ ਸੰਗਤਾਂ ਦੇ ਵਿੱਚ ਫੈਲ ਚੁੱਕਿਆ ਸੀ। ਕਲ ਕੇ ਕਲਮਲ ਸਕਲ ਕਟੈਲਾ। ਵੀ ਮਹਾਰਾਜ ਤਾਂ ਕਲਯੁਗ ਦੇ ਵੱਡੇ ਵੱਡੇ ਪਾਪਾਂ ਨੂੰ ਵੀ ਕੱਟਣ ਵਾਲੇ ਨੇ। ਦੋਹਰਾ ਮੇਲ ਮੇਖ ਸਕਰਾਂਤ ਕੋ ਚਹੁ ਦਿਸ਼ ਤੇ ਸਮੁਦਾਈ। ਜਦੋਂ ਵੀ ਵਿਸਾਖੀ ਦੇ ਮੌਕੇ ਤੇ ਬੜਾ ਭਾਰੀ ਸੰਗਤਾਂ ਦਾ ਇਕੱਠ ਜੁੜਿਆ ਕਰਦਾ ਸੀ। ਆਨ ਆਨੰਦਪੁਰ ਕੀ ਵਿਖੇ ਦਰਸ਼ ਆਨੰਦ ਕੋ ਪਾਈ। ਚਾਹੇ ਫਿਰ ਦੀਵਾਲੀ ਦਾ ਤਿਉਹਾਰ ਹੈ, ਬੜੀਆਂ ਸੰਗਤਾਂ ਮਹਾਰਾਜ ਦੇ ਚਰਨਾਂ 'ਚ ਪਹੁੰਚਿਆ ਕਰਦੀਆਂ ਸਨ। ਚੌਪਈ ਸਤਿਗੁਰ ਬਸਤਰ ਸ਼ਸਤਰ ਕੋ ਪਹਿਰੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਆਪਣੇ ਜਿਸਮ ਦੇ ਉੱਪਰ ਸਾਤਰ ਬਾਤਰ ਸਜਾ ਕਰਕੇ ਦੀਵਾਨ ਦੇ ਵਿੱਚ ਬੈਠਿਆ ਕਰਦੇ ਸਨ। ਆਨ ਸਿੰਘਾਸਨ ਪਰ ਤਬ ਠਹਿਰੀ। ਜਦੋਂ ਵੀ ਟਾਈਮ ਹੁੰਦਾ ਹੈ ਉਸੇ ਵਕਤ ਸਤਿਗੁਰੂ ਜੀ ਸਿੰਘਾਸਣ ਦੇ ਉੱਪਰ ਸਜ ਜਾਂਦੇ ਸਨ। ਸੋ ਭਟ ਸਭਾ ਸਦ ਸਭਾ ਮਜਾਰੀ। ਆਲੇ ਦੁਆਲੇ ਜੋਧੇ ਸੂਰਮੇ ਸੋਹਣੇ ਸੋਹਣੇ ਬਾਣੇ ਜਿਨ੍ਹਾਂ ਨੇ ਧਾਰਨ ਕੀਤੇ ਹੋਏ ਸੀ, ਉਹ ਫਿਰ ਦੂਰ ਤੱਕ ਪਹਿਰੇ ਤੇ ਖੜ ਜਾਂਦੇ ਸਨ। ਫਿਰੇ ਨਮੋ ਕਰ ਦਰਸ਼ ਨਿਹਾਰੀ। ਜਿਹੜੇ ਸੇਵਕ ਦਾਸ ਬਾਹਰੋਂ ਆਏ ਹੁੰਦੇ ਉਹ ਵੀ ਆਪੋ ਆਪਣੀ ਬਾਰੀ ਦੇ ਮੁਤਾਬਕ ਦਰਸ਼ਨ ਕਰ ਲੈਂਦੇ ਸੀ। ਸੰਗਤ ਆਵਹਿ ਅਰਪਾ ਕੋਰ ਹੈ। ਸਾਰੀਆਂ ਸੰਗਤਾਂ ਆਪੋ ਆਪਣੀਆਂ ਭੇਟਾਵਾਂ ਵੀ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਦੇ ਹਨ। ਪਗ ਪੰਕਜ ਬੰਧ ਹੈ ਕਰ ਜੋਰ ਹੈ। ਜਿਨ੍ਹਾਂ ਦੇ ਹਿਰਦੇ ਦੇ ਅੰਦਰ ਬੜੀ ਸ਼ਰਧਾ ਭਾਵਨਾ ਭਰੀ ਹੋਈ ਹੈ, ਉਹ ਤਾਂ ਫਿਰ ਮਹਾਰਾਜ ਦੇ ਚਰਨਾਂ ਦੀ ਧੂੜੀ ਵੀ ਮਸਤਕ ਦੇ ਨਾਲ ਲਾਉਣ ਲੱਗ ਜਾਂਦੇ ਹਨ। ਕੋ ਬੈਠੈ ਕੋ ਖਰੇ ਨਿਹਾਰ ਹੈ। ਕਈ ਨੇੜੇ ਹੋ ਕਰਕੇ ਕਈ ਦੂਰ ਖੜਿਆ ਹੋ ਕਰਕੇ ਮਹਾਰਾਜ ਦਾ ਦਰਸ਼ਨ ਕਰਦੇ ਨੇ। ਤ੍ਰਿਪਤ ਨਹੀਂ ਹਰ ਖੋਰ ਧਾਰ ਹੈ। ਪਰ ਪਿਆਰ ਵਾਲੇ ਗੁਰਮੁਖਾਂ ਦੇ ਮਨ ਦੇ ਅੰਦਰ ਦਰਸ਼ਨ ਕਰਦਿਆਂ ਕਰਦਿਆਂ ਕਦੇ ਵੀ ਤ੍ਰਿਪਤੀ ਨਹੀਂ ਪੈਦਾ ਹੁੰਦੀ ਸੀ। ਤਨੁਖ ਬਾਨ ਜੁਤ ਜਨ ਰਘੁਨਾਥਾ। ਇਹੋ ਲੱਗਦਾ ਸੀ ਵੀ ਜਿਵੇਂ ਤ੍ਰੇਤੇ ਯੁੱਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਬੜੇ ਸੁੰਦਰ ਸਿੰਘਾਸਣ ਤੇ ਬੈਠਿਆ ਕਰਦੇ ਸਨ। ਲੋਕ ਯੋਧ ਕੇ ਟਿਕ ਹੈ ਮਾਥਾ। ਅਯੁੱਧਿਆਪੁਰੀ ਦੇ ਲੋਕ ਆ ਕਰਕੇ ਭਗਵਾਨ ਜੀ ਦੇ ਅੱਗੇ ਸੀਸ ਝੁਕਾਇਆ ਕਰਦੇ ਸਨ। ਮਨਹੁ ਦਵਾਰਕਾ ਮਹਿ ਘਨ ਸ਼ਿਆਮੋ। ਜਾਂ ਫਿਰ ਦੁਆਪਰ ਯੁੱਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ ਦਾ ਕਵੀ ਜੀ ਨੇ ਪ੍ਰਮਾਣ ਦਿੱਤਾ ਹੈ। ਜਾਵਦ ਦੇਖੈ ਜੁਤ ਅਬਰਾਮੋ। ਜਿਤਨਾ ਚਿਰ ਮਹਾਰਾਜ ਨੇ ਸਿੰਘਾਸਣ ਤੇ ਬੈਠਣਾ ਉਤਨਾ ਟਾਈਮ ਪ੍ਰੇਮੀ ਜਨ ਐਨ ਟਿਕ ਟਿਕੀ ਲਗਾ ਕਰਕੇ ਦਰਸ਼ਨ ਕਰਦੇ ਹੀ ਰਹਿੰਦੇ ਸਨ। ਬਦਨ ਚੰਦ ਕੋ ਮਨਹੁ ਚਕੋਰੀ। ਮਾਨੋ ਸਤਿਗੁਰੂ ਜੀ ਦਾ ਚਿਹਰਾ ਤਾਂ ਹੈ ਪੂਰਨਮਾਸ਼ੀ ਦੇ ਚੰਦਰਮਾ ਦੇ ਸਮਾਨ ਖਿੜਿਆ ਹੋਇਆ। ਸੰਗਤਾਂ ਨੇ ਆਪਣੇ ਜਿਹੜੇ ਨੇਤਰ ਚਕੋਰਾਂ ਦੇ ਵੱਤ ਬਣਾਏ ਹੋਏ ਸਨ। ਇਕ ਟਕ ਨੇਤਰ ਲੱਗੇ ਗੁਰ ਓਰੀ। ਟਿਕ ਟਿਕੀ ਲਗਾ ਕਰਕੇ
ਪ੍ਰੇਮੀ ਫਿਰ ਦਰਸ਼ਨ ਕਰੀ ਹੀ ਜਾਂਦੇ ਸੀ। ਹਿਰਦੈ ਬਿਲੰਦ ਆਨੰਦ ਹੈ ਸੰਗਤ। ਸੰਗਤਾਂ ਦੇ ਜਿਹੜੇ ਹਿਰਦੇ ਉਹ ਵੀ ਆਨੰਦ ਦੇ ਨਾਲ ਪ੍ਰਫੁੱਲਤ ਹੋ ਜਾਂਦੇ ਸਨ। ਚਾਹੁੰ ਦਿਸ਼ ਵਿਖੈ ਬਿਰੰਦ ਕਰ ਪੰਗਤ। ਚਾਰੇ ਪਾਸੇ ਸੰਗਤਾਂ ਦੀਆਂ ਵੱਡੀਆਂ ਵੱਡੀਆਂ ਪੰਗਤਾਂ ਲੱਗ ਜਾਂਦੀਆਂ ਸਨ। ਇੱਕ ਸਿੱਖ ਆਏ ਸਿੱਖਣੀ ਸਹਿਤ। ਉਹ ਸਮੇਂ ਇੱਕ ਇਹੋ ਜਿਹਾ ਸ਼ਰਧਾਲੂ ਪ੍ਰੇਮੀ ਆਪਣੇ ਘਰ ਵਾਲੀ ਬੀਬੀ ਦੇ ਸਮੇਤ ਪਹੁੰਚਿਆ ਸੀ। ਬੰਧਨ ਕਰੀ ਭਾਉ ਮਨ ਮਹਿਤ। ਪਹਿਲਾਂ ਨੇ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਦੇ ਅੱਗੇ ਮੱਥਾ ਟੇਕਿਆ ਹੈ। ਹੱਥ ਜੋੜ ਕਰ ਬਿਨੈ ਬਖਾਨੀ। ਫਿਰ ਦੰਪਤੀ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਦੇ ਅੱਗੇ ਅਰਜ ਕਰਨ ਲੱਗ ਪਏ ਸਨ। ਸਾਚੇ ਪਾਤਸ਼ਾਹੋ ਸੁਖਦਾਨੀ। ਐ ਸੁੱਖਾਂ ਦਾ ਦੇਣ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਇੱਕ ਸੁਤ ਹਮਰੇ ਦਇਓ ਸੋ ਰਾਵਰ। ਆਪਦੀ ਕਿਰਪਾ ਦੇ ਨਾਲ ਇੱਕੋ ਪੁੱਤਰ ਘਰ ਦੇ ਵਿੱਚ ਪੈਦਾ ਹੋਇਆ ਹੈ। ਤਜ ਕਰਨੀ ਥਿਰਿਓ ਜਨ ਬਾਵਰ। ਜਦੋਂ ਉਹਦੀ ਹੋ ਗਈ ਜਵਾਨ ਅਵਸਥਾ ਤੇ ਅਸੀਂ ਚੰਗੇ ਰੱਜਿਆ ਪੁੱਜਿਆ ਘਰਾਣੇ ਦੇ ਵਿੱਚ ਉਹਦੀ ਸ਼ਾਦੀ ਵੀ ਕਰ ਦਿੱਤੀ ਹੈ। ਭਲੀ ਸਿੱਖ ਕੀ ਤਨੁਜਾ ਵਿਆਹੀ। ਬਹੁਤ ਹੀ ਭਲੇ ਗੁਰ ਸਿੱਖ ਦੀ ਜਿਹੜੀ ਧੀ ਵਿਆਹ ਕਰਕੇ ਘਰ ਦੇ ਵਿੱਚ ਲਿਆਂਦੀ ਹੈ। ਹੈ ਅਬੋਲ ਸੰਗ ਬੋਲਤ ਨਾਹੀ। ਪਰ ਸਾਡਾ ਜਿਹੜਾ ਪੁੱਤਰ ਉਹਦੇ ਨਾਲ ਕੋਈ ਵੀ ਬੈਠ ਕਰਕੇ ਦੁੱਖ ਸੁੱਖ ਦੀ ਜਿਹੜੀ ਗੱਲ ਨਹੀਂ ਕਰਦਾ ਹੈ। ਹਮਹਿ ਦਿਹ ਦੁਖ ਬਹੁ ਸਮਝਾਵ ਹੈ। ਹੁਣ ਉਸ ਬੱਚੀ ਦੀ ਹਾਲਤ ਨੂੰ ਦੇ ਕਰਕੇ ਸਾਡੇ ਮਨ ਦੇ ਵਿੱਚ ਵੀ ਬੜਾ ਦੁੱਖ ਬੜਾ ਕਸ਼ਟ ਪੈਦਾ ਹੋਣ ਲੱਗ ਪਿਆ ਹੈ। ਨਿਰਮੋਹੀ ਬਚ ਤਿਹ ਸੁਨ ਪਾਵ ਹੈ। ਜਦੋਂ ਅਸੀਂ ਸਮਝਾਉਂਦੇ ਆ ਤੇ ਉਸ ਸਮੇਂ ਜਿਵੇਂ ਨਿਰਮੋਹੀ ਰਾਜਾ ਇੱਕ ਹੋਇਆ, ਉਹਦੇ ਸਮਾਨ ਮੋਹ ਤੋਂ ਰਹਿਤ ਹੋ ਕੇ ਬੜੀਆਂ ਫਿਰ ਸਾਨੂੰ ਇਹੋ ਜਿਹੀਆਂ ਗੱਲਾਂ ਬਾਤਾਂ ਕਹਿਣ ਲੱਗ ਜਾਂਦਾ ਹੈ। ਤਜੋਂ ਦੀਸ਼ ਮੈਂ ਜਾਉਂ ਵਿਦੇਸ਼। ਵੀ ਮੈਂ ਤਾਂ ਆਪਣਾ ਕਾਰੋਬਾਰ ਦਾ ਕਰਕੇ ਤਿਆਗ ਵਿਦੇਸ਼ਾਂ ਨੂੰ ਚੜ ਜਾਣਾ ਹੈ। ਧਰੋਂ ਫਕੀਰੀ ਤਿਆਗ ਹਸ਼ੀਸ਼। ਆ ਜੰਜਾਲਾਂ ਨੂੰ ਛੱਡ ਕਰਕੇ ਮੈਂ ਤਾਂ ਫਿਰ ਸਾਧੂ ਫਕੀਰ ਬਣਨ ਦੇ ਲਈ ਮਨ ਦੇ ਵਿੱਚ ਪੱਕੀ ਇੱਛਾ ਧਾਰਨ ਕਰ ਲਈ ਹੈ। ਸ਼੍ਰੀ ਮੁਖ ਕਹਿਓ ਅਬੈ ਸਿੱਖ ਜਾਬੋ। ਇਹ ਸੁਣ ਕਰਕੇ ਸਤਿਗੁਰੂ ਜੀ ਉਹਨਾਂ ਗੁਰ ਸਿੱਖਾਂ ਨੂੰ ਕਹਿਣ ਲੱਗੇ ਸਨ, ਸੁਤ ਹਕਾਰ ਕਰ ਹਮ ਟਿਕ ਲਿਆਵੋ। ਵੀ ਤੁਸੀਂ ਆਪਣੇ ਪੁੱਤਰ ਨੂੰ ਨਾ ਬੁਲਾ ਕਰਕੇ ਸਾਡੇ ਪਾਸ ਲਿਆਉਣਾ ਹੈ। ਸੁਨ ਆਇਸ ਆਨਿਓ ਤਤਕਾਲਾ। ਹੁਣ ਸਤਿਗੁਰੂ ਜੀ ਦੀ ਆਗਿਆ ਪਾ ਕੇ ਆਪਣੇ ਜਵਾਨ ਬੱਚੇ ਨੂੰ ਮਹਾਰਾਜ ਦੇ ਸਾਹਮਣੇ ਲਿਆ ਕਰਕੇ ਖੜਾ ਕਰ ਦਿੱਤਾ ਸੀ। ਕਰ ਜੋਰੇ ਤਿਰ ਅਗਰ ਕਿਰਪਾਲਾ। ਇਹ ਵੀ ਹੁਣ ਦਿਆਲੂ ਕਿਰਪਾਲੂ ਸਤਿਗੁਰੂ ਜੀ ਦੇ ਅੱਗੇ ਦੋਵੇਂ ਹੱਥ ਜੋੜ ਕਰਕੇ ਖੜਾ ਹੋ ਗਿਆ। ਪਿੱਖ ਸਿੱਖ ਸੁਤ ਕੋ ਕਹਿਓ ਗੁਸਾਈ। ਦੀਨ ਦੁਨੀਆ ਦੇ ਮਾਲਕ ਗੁਰ ਸਿੱਖ ਦੇ ਪੁੱਤਰ ਨੂੰ ਦੇ ਕਰਕੇ ਫਿਰ ਕਹਿਣ ਲੱਗੇ ਸੀ, ਤੋਹੇ ਮਾਤ ਪਿਤ ਕਹਾਂ ਅਲਾਈ। ਆ ਬੇਟਾ ਆ ਤੇਰੇ ਮਾਂ ਪਿਓ ਸਾਡੇ ਪਾਸ ਦੇਖੋ ਕਿਹੋ ਜੀਆਂ ਗੱਲਾਂ ਬਾਤਾਂ ਕਰਦੇ ਹਨ। ਹਮਰੋ ਸੁਤ ਜਗਤੇ ਹੋਏ ਨਿਆਰੋ। ਵੀ ਸਾਡਾ ਜਿਹੜਾ ਜਵਾਨ ਬੱਚਾ ਹੈ ਤਾਂ ਸੰਸਾਰ ਦੇ ਵੱਲੋਂ ਬਿਲਕੁਲ ਉਪਰਾਮ ਹੋ ਚੁੱਕਿਆ ਹੈ। ਭਇਓ ਉਦਾਸ ਦੇਖ ਦੁਖ ਭਾਰੋ। ਤੈਨੂੰ ਉਦਾਸ ਦੇ ਕਰਕੇ ਹੁਣ ਮਾਂ ਪਿਓ ਨੂੰ ਕਿੱਥੇ ਮਨ ਦੇ ਵਿੱਚ ਚੈਨ ਆਉਣੀ ਸੀ। ਜਾਂਤੇ ਹਮ ਤੋਹੇ ਭੋਜਨ ਕਰਹਿ। ਉਹ ਸਮੇਂ ਸਰਬੱਗ ਸਤਿਗੁਰੂ ਜੀ ਆਪ ਇਸ ਬੱਚੇ ਨੂੰ ਪੁੱਛਣ ਲੱਗੇ ਨੇ, ਕਿਉਂ ਕਰ ਭਾ ਬਿਰਾਗ ਉਰ ਤਰਹਿ। ਵੀ ਇਤਨਾ ਬੈਰਾਗ ਇਤਨੀ ਉਦਾਸੀ ਤੇਰੇ ਮਨ ਦੇ ਵਿੱਚ ਕਿਵੇਂ ਪੈਦਾ ਹੋ ਗਈ ਹੈ। ਨਾਮ ਕੌਣ ਅਰ ਸਿੱਖ ਕਿਸ ਕੀਰਾ। ਸਤਿਗੁਰੂ ਜੀ ਨੇ ਇਹਦੇ ਪਿਤਾ ਔਰ ਨਾਮ ਬਾਰੇ ਵੀ ਪੁੱਛਣਾ ਕੀਤਾ ਹੈ। ਪਰਚਾ ਕਿਸ ਪ੍ਰਕਾਰ ਕੋ ਤੇਰਾ। ਵੀ ਤੈਂ ਆਪਣੇ ਮਨ ਦਾ ਜਿਹੜਾ ਪਰਚਾ ਕਿਸ ਪ੍ਰਕਾਰ ਧਾਰਨ ਕੀਤਾ ਹੋਇਆ ਹੈ। ਬੈਸ ਅਸ਼ਟ 10 ਸੰਮਤ ਤੇਰੀ। ਸਤਿਗੁਰੂ ਜੀ ਕਹਿ ਲੱਗੇ, ਬੇਟਾ ਵੀ ਅਜੇ ਤਾਂ ਤੇਰੀ ਉਮਰੀ ਤਕਰੀਬਨ 18 ਕੁ ਸਾਲ ਦੀ ਹੋਈ ਹੈ। ਲਖੀਅਤ ਕਹੋ ਸਭ ਸੱਚ ਇਸ ਬੇਰੀ। ਪਰ ਇਤਨਾ ਬੈਰਾਗ ਪੈਦਾ ਹੋਣ ਦਾ ਕਾਰਨ ਉਹਦੇ ਬਾਰੇ
ਸਾਨੂੰ ਦੱਸਣਾ ਪਵੇਗਾ। ਭੋਗੇ ਭੋਗ ਜਿਨਹੁ ਬ੍ਰਿਧ ਹੋਈ, ਆ ਜਿਨ੍ਹਾਂ ਮਨਮੁਖ ਪ੍ਰਾਣੀਆਂ ਨੇ ਭੋਗ ਭੋਗਦਿਆਂ ਆਪਣੀ ਸਾਰੀ ਉਮਰੇ ਬਤੀਤ ਕਰ ਲਈ ਆ। ਕੋਈ 80 ਸਾਲ ਦਾ ਹੋ ਗਿਆ, ਕੋਈ 90 ਸਾਲ ਦਾ, ਕਈ 100 ਤੋਂ ਵੀ ਉੱਪਰ ਟੱਪ ਚੁੱਕੇ ਹਨ। ਤਿਨਹੁ ਬਿਰਾਗ ਨਾ ਉਪਜੈ ਕੋਈ, ਸਤਿਗੁਰੂ ਜੀ ਕਹਿ ਲਗੇ ਵੀ ਜਿਨ੍ਹਾਂ ਦੀਆਂ ਧੌਲੀਆਂ ਦਾੜੀਆਂ ਹੋ ਗਈਆਂ ਨੇ, ਇਹੋ ਜਿਹਾ ਬਰਾਗ ਤਾਂ ਕਦੇ ਅਸੀਂ ਉਹਨਾਂ ਦੇ ਮਨ ਦੇ ਵਿੱਚ ਵੀ ਪੈਦਾ ਹੋਇਆ ਨਹੀਂ ਦੇਖਿਆ ਹੈ। ਭਾਗ ਪ੍ਰਥਮ ਕੋ ਵੱਡ ਲਖ ਪਾਇਓ, ਪਰ ਬੈਰਾਗ ਉਹਨਾਂ ਦੇ ਮਨ ਦੇ ਅੰਦਰ ਪੈਦਾ ਹੁੰਦਾ ਵੀ ਜਿਨ੍ਹਾਂ ਦੇ ਕੋਈ ਅਤੀ ਅੰਤ ਉੱਚੇ ਭਾਗ ਜਾਗਿਆ ਕਰਦੇ ਹਨ। ਤੁਬ ਦਰਸ਼ਨ ਹਮ ਚਹ ਬੁਲਵਾਇਓ, ਹੁਣ ਸਤਿਗੁਰੂ ਜੀ ਕਹਿ ਲੱਗੇ ਵੀ ਅਸੀਂ ਵੀ ਹੁਣ ਤੈਨੂੰ ਆਪਣੇ ਪਾਸ ਇਸੇ ਵਾਸਤੇ ਹੀ ਬੁਲਾਉਣਾ ਕੀਤਾ ਹੈ। ਸੁਨ ਸਿੱਖ ਸੁਤ ਕਰ ਜੋਰਤ ਪ੍ਰਾਹੂ, ਉਹ ਸਮੇਂ ਗੁਰਸਿੱਖ ਦੇ ਪੁੱਤਰ ਨੇ ਵੀ ਮਹਾਰਾਜ ਦੇ ਅੱਗੇ ਅਰਜ਼ ਕਰ ਦਿੱਤੀ ਹੈ। ਕਿਉ ਮੁਝ ਹਸੋ ਸਾਚ ਪਤ ਸ਼ਾਹੂ, ਐ ਸੱਚੇ ਪਾਤਸ਼ਾਹ ਕਾਹਦੇ ਵਾਸਤੇ ਮੇਰੇ ਨਾਲ ਆਪ ਜੀ ਸਾਰਿਆਂ ਦੇ ਸਾਹਮਣੇ ਹੋ ਜਿਆ ਹਾਸਾ ਮਖੌਲ ਕਰਨ ਲੱਗੇ ਹੋ। ਅਵਜਲ ਜੀਵ ਸੋ ਬਹੇ ਮਝਾਰੀ, ਆ ਜਿਹੜੇ ਅਲਪਾਗ ਜੀਵ ਸੰਸਾਰ ਸਾਗਰ ਦੇ ਵਿੱਚ ਬੜੇ ਗੋਤੇ ਖਾ ਰਹੇ ਹਨ। ਤੁਮ ਦਰਸ਼ਨ ਕਰ ਉਤਰਹਿ ਪਾਰੀ, ਸੱਚੇ ਪਾਤਸ਼ਾਹ ਵੀ ਉਹ ਜਿਹੜੇ ਕਲਯੁਗੀ ਜੀਵ ਆਪ ਦਾ ਕਿਤੇ ਦਰਸ਼ਨ ਕਰ ਲੈਣ ਨਾ, ਉਹਨਾਂ ਨੇ ਵੀ ਸੰਸਾਰ ਸਾਗਰ ਤੋਂ ਪਾਰ ਲੰਘ ਜਾਣਾ ਹੈ। ਅਨਜਾਨ ਨਾ ਸਭ ਕੋ ਤੁਮ ਜਾਨੋ, ਆਪ ਦਾ ਹਰੇਕ ਦੇ ਮਨ ਦੀ ਹਮੇਸ਼ਾ ਵਾਸਤੇ ਬੁੱਝਣ ਵਾਲੇ ਹੋ। ਜਾਨ ਬੋਝ ਕਿਮ ਬੋਝਨ ਠਾਨੋ, ਮੇਰੇ ਹਿਰਦੇ ਦੀ ਜਿਹੜੀ ਅਵਸਥਾ ਉਹਨੂੰ ਜਾਣਦਿਆਂ ਹੋਇਆਂ ਵੀ ਸੱਚੇ ਪਾਤਸ਼ਾਹ ਫਿਰ ਆਪ ਨੇ ਇਹ ਬਚਨ ਕਾਹਦੇ ਵਾਸਤੇ ਕੀਤੇ ਹਨ। ਨਾਮ ਆਨੰਦ ਸਿੰਘ ਹੈ ਮੇਰਾ, ਇਸ ਬੱਚੇ ਨੇ ਆਪਣਾ ਜਿਹੜਾ ਨਾਮ ਵੀ ਆਨੰਦ ਸਿੰਘ ਮਹਾਰਾਜ ਦੇ ਅੱਗੇ ਦੱਸ ਦਿੱਤਾ ਸੀ। ਸ੍ਰੀ ਸਤਿਗੁਰ ਕੋ ਸਿੱਖ ਚਿਤ ਚੇਰਾ, ਸੱਚੇ ਪਾਤਸ਼ਾਹ ਵੀ ਜਿਵੇਂ ਆ ਮੇਰੇ ਮਾਂ ਪਿਓ ਆਪ ਦੇ ਦਰਬਾਰ ਦੇ ਸੇਵਕ ਦਾਸ ਬਣੇ ਹੋਏ ਨੇ। ਭਇਓ ਬਿਰਾਗ ਪਟਤ ਗੁਰਬਾਨੀ, ਔਰ ਅੱਬੀ ਬਾਣੀ ਪੜ੍ਹਦਿਆਂ ਮੇਰੇ ਮਨ ਦੇ ਵਿੱਚ ਵੀ ਬੜਾ ਇਹੋ ਜਿਹਾ ਵਿਰਾਗ ਪੈਦਾ ਹੋ ਗਿਆ। ਇਮ ਕਹਿ ਗਾਥਾ ਬਹੁਰ ਬਖਾਨੀ, ਇਹ ਸੁਣ ਕਰਕੇ ਆਪਣੀ ਜਿਹੜੀ ਗਾਥਾ ਸਾਰੀ ਮਹਾਰਾਜ ਦੇ ਅੱਗੇ ਬੇਨਤੀ ਕਰਨ ਲੱਗਿਆ ਸੀ। ਸੋਰਠਾ ਕਿਆ ਬੋਡਾ ਕਿਆ ਬਾਲ, ਜਾਂ ਗੁਰ ਸ਼ਰਣੀ ਜਾਇਆ, ਵੀ ਚਾਹੇ ਕੋਈ ਬੱਚਾ ਹੈ, ਚਾਹੇ ਜਵਾਨ ਹੈ, ਚਾਹੇ ਬਜ਼ੁਰਗ ਹੈ, ਜਿਹੜਾ ਵੀ ਸਤਿਗੁਰੂ ਜੀ ਦੀ ਸ਼ਰਨ ਦੇ ਵਿੱਚ ਚੱਲ ਕਰਕੇ ਆ ਜਾਂਦਾ ਹੈ। ਮੁਕਤ ਹੋਈ ਤਤਕਾਲ, ਨਾਉ ਚੜਨ ਕੀ ਰੀਤ ਜਿਉ, ਉਹ ਫਿਰ ਮੁਕਤੀ ਦੇ ਯੋਗ ਬਣ ਜਾਊ ਜਿਹੜਾ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਗਿਆ। ਪਰ ਆ ਜਿਹੜੀ ਦੁਨੀਆ ਦੀ ਰਚਨਾ ਇਹ ਤਾਂ ਬੇੜੀ ਦੇ ਸਮਾਨ ਕਥਨ ਕੀਤੀ ਹੈ ਵੀ ਜਿਵੇਂ ਆ ਦਰਿਆਵਾਂ 'ਤੇ ਵੱਡੀਆਂ ਵੱਡੀਆਂ ਬੇੜੀਆਂ ਲੱਗੀਆਂ ਹੁੰਦੀਆਂ ਹਨ। ਮਲਾਹਾਂ ਨੇ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਪਤਾ ਨਹੀਂ ਕਿਤਨੇ ਮੁਸਾਫਰ ਪਾਰ ਲੰਘਾ ਦੇਣੇ ਹਨ। ਜਿਹੜਾ ਬੇੜੀ 'ਚ ਬਹਿ ਗਿਆ ਉਹਨਾਂ ਦਾ ਮੇਲ ਮਿਲਾਪ ਥੋੜ੍ਹੇ ਟਾਈਮ ਵਾਸਤੇ ਹੀ ਹੁੰਦਾ ਹੈ। ਜਦੋਂ ਬੇੜੀ ਪਾਰਲੇ ਕਿਨਾਰੇ 'ਤੇ ਚਲੇ ਗਈ, ਸਾਰੇ ਜਿਹੜੇ ਯਾਤਰੂ ਆਪੋ ਆਪਣਾ ਰਸਤਾ ਪਕੜ ਲੈਂਦੇ ਹਨ। ਚੌਪਈ ਸੁਨੀਐ ਹੈ ਪਾਤਸ਼ਾਹੋ ਸੁਖਦਾਇਓ, ਐ ਸੁੱਖਾਂ ਦੇ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਵੀ ਮੈਂ ਵੀ ਆਪਦੇ ਚਰਨਾਂ 'ਚ ਇੱਕ ਬੇਨਤੀ ਕਰਨ ਲੱਗਿਆ ਹਾਂ। ਮਾਤ ਪਿਤਾ ਮੋਹਿ ਪੜਨ ਪਠਾਇਓ, ਪਹਿਲਾਂ ਮਾਂ ਪਿਓ ਨੂੰ ਮੈਨੂੰ ਉਹ ਜਿਹੜੀ ਉਹ ਦੁਨਿਆਵੀ ਵਿਦਿਆ ਹਾਸਲ ਕਰਨ ਦੇ ਲਈ ਭੇਜਿਆ ਸੀ। ਗੁਰਬਾਣੀ ਪੜ ਪ੍ਰੇਮ ਸੋ ਜਾਗਾ, ਜਿਵੇਂ ਗੁਰਮੁਖੀ ਪੜ੍ਹ ਕੇ ਫਿਰ ਮੈਂ ਹੌਲੀ ਹੌਲੀ ਅਲਾਈ ਬਾਣੀ ਦਾ ਜਾਪ ਵੀ ਕਰਨ ਲੱਗ ਪਿਆ ਸੀ। ਭਇਓ ਪ੍ਰੇਮ ਕੰਠ ਕਰਬੇ ਲਾਗਾ, ਸਹਿਜੇ ਸਹਿਜੇ ਬਹੁਤ ਸਾਰੇ ਜਿਹੜੇ ਅੰਮ੍ਰਿਤਮਈ ਬਾਣੀ ਦੇ ਜਿਹੜੇ ਸ਼ਬਦ ਉਹ ਵੀ ਮੈਂ ਉਹ ਜ਼ਬਾਨੀ ਕੰਠ ਕਰ ਲਏ ਸਨ। ਤੋਕਾ ਆਨੰਦ ਕੀ ਹਿਰਦੈ ਵਿਚਾਰੀ, ਪਰ ਜਦੋਂ ਧੰਨ ਸਤਿਗੁਰੂ ਅਮਰਦਾਸ ਮਹਾਰਾਜ ਦੇ ਬਚਨਾਂ ਦੀ ਨਾ ਆਪਣੇ
ਹਿਰਦੇ ਦੇ ਅੰਦਰ ਵਿਚਾਰ ਕੀਤੀ ਹੈ। ਕਹੀ ਸੀਖ ਸੋ ਉਰ ਮਹਿ ਧਾਰੀ। ਉਹ ਜਿਹੜੀ ਸਤਿਗੁਰੂ ਜੀ ਦੀ ਦੱਸੀ ਹੋਈ ਸਿੱਖਿਆ, ਜਿਹੜੇ ਬਚਨ ਮੈਂ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲਏ ਸਨ। ਰਾਤ ਦਿਵਸ ਚਿਤ ਰਾਖ ਕਨੇਰਾ। ਹੁਣ ਉਹ ਜਿਹੜੀਆਂ ਬੈਰਾਗਮਈ ਵਿਚਾਰਾਂ ਸਤਿਗੁਰੂ ਅਮਰਦਾਸ ਮਹਾਰਾਜ ਦੀਆਂ ਮੇਰੇ ਹਿਰਦੇ ਦੇ ਅੰਦਰ ਇਹ ਤਾਂ ਵਾਰ-ਵਾਰ ਬੜਾ ਚੱਕਰ ਮਾਰਨ ਲੱਗ ਪਈਆਂ ਸਨ। ਤਿਸ ਤੇ ਭਾਵ ਉਦਾਸ ਮਨ ਮੇਰਾ। ਉਹਨਾਂ ਬਚਨਾਂ ਨੂੰ ਪੜ੍ਹ ਕੇ ਮੇਰੇ ਮਨ ਦੇ ਵਿੱਚ ਬੜੀ ਉਪਰਾਮਤਾ, ਬੜੀ ਉਦਾਸੀ ਪੈਦਾ ਹੋ ਗਈ ਹੈ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੀ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਐ ਮੇਰੇ ਪਿਆਰੇ ਮਨਾ ਤੂੰ ਸਦਾ ਸੱਚ ਸੰਭਾਲੇ। ਜੋ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਸਤ 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 ਪ੍ਰਭ ਸੋਈ। ਵੀ ਜਿਹੜਾ ਤਿੰਨਾਂ ਗਾਲਾਂ ਦੇ ਵਿੱਚ ਸਦਾ ਬਾਤ ਸਤ ਹੈ, ਜਿਸ ਪ੍ਰਭੂ ਦਾ ਕਦੇ ਵੀ ਬਿਸਨ ਵਿਨਾਸ਼ ਨਹੀਂ ਹੋਇਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਵੀ ਹੋ ਜਾਏ ਸੱਚੇ ਪਰਮਾਤਮਾ ਨੂੰ ਤੂੰ ਕਿਉਂ ਨਹੀਂ ਮਨ ਦੇ ਵਿੱਚ ਯਾਦ ਕਰਦਾ ਹੈ। ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੀ। ਆ ਜਿਹੜਾ ਤੇਰਾ ਬਹੁਤ ਵੱਡਾ ਪਰਿਵਾਰ ਦੀਂਦਾ ਜ਼ਰੂਰ ਅੱਖਾਂ ਦੇ ਨਾਲ, ਪਰ ਇਹਨੇ ਪਰਲੋਕ ਦੇ ਵਿੱਚ ਤਾਂ ਤੇਰੇ ਨਾਲ ਨਹੀਂ ਜਾਣਾ ਹੈ। ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ। ਜਿਨ੍ਹਾਂ ਨੇ ਪਰਲੋਕ ਦੇ ਵਿੱਚ ਨਾਲ ਜਾਣੀ ਨਹੀਂ, ਫਿਰ ਉਹਦੇ ਨਾਲ ਚਿੱਤ ਲਗਾਉਣ ਦਾ ਕੀ ਫਾਇਦਾ ਹੋਵੇਗਾ। ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਇਹੋ ਜਿਹੇ ਸੰਸਾਰੀ ਆਲ ਜਾਲ ਕੰਮ ਧੰਦੇ ਕਰਨ ਦੇ ਨਾਲ ਕੋਈ ਵੀ ਲਾਭ ਨਹੀਂ ਪ੍ਰਾਪਤ ਹੋਏਗਾ। ਜੇ ਕਰੇਗਾ ਫਿਰ ਤੈਨੂੰ ਅਖੀਰ ਨੂੰ ਪਛਤਾਉਣਾ ਹੀ ਪੈਣਾ ਹੈ। ਚੌਪਈ ਅਰਥ ਬਸਿਓ ਔਰ ਭਇਓ ਬੈਰਾਗਾ। ਸੱਚੇ ਪਾਤਸ਼ਾਹ ਵੀ ਇਹਨਾਂ ਪ੍ਰਵਚਨਾਂ ਦੇ ਜਿਹੜੇ ਅਰਥ ਉਹ ਮੇਰੇ ਹਿਰਦੇ ਦੇ ਅੰਦਰ ਚੰਗੀ ਤਰ੍ਹਾਂ ਖੁੱਭ ਚੁੱਕੇ ਹਨ। ਜਗ ਸਭ ਤੁੱਛ ਦੀਸਨੇ ਲਾਗਾ। ਆ ਜਿਹੜੀ ਦੁਨੀਆ ਦੀ ਰਚਨਾ, ਇਹ ਤਾਂ ਮੈਨੂੰ ਇੱਕ ਐਵੇਂ ਜਿਵੇਂ ਤੁੱਛ ਮਾਤਰ ਫਨਾ ਫੈਲਾ ਨਜ਼ਰ ਆਉਣ ਲੱਗ ਪਈ ਹੈ। ਜਥਾ ਧੂਮ ਬਾਦਰ ਦ੍ਰਿਸ਼ਟ ਆਇਆ। ਇਹੋ ਜਗ ਧੂਏ ਕਾ ਪਹਾੜ ਤੈ ਸਾਚਾ ਮਾਨਿਆ ਕਹਿ ਵਿਚਾਰ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਬੜੇ ਬੈਰਾਗਮਈ ਬਚਨ ਕੀਤੇ ਹਨ ਵੀ ਜਿਵੇਂ ਧੂਏ ਦਾ ਬਹੁਤ ਵੱਡਾ ਧੌਲਰ ਜਿਹਾ ਆਕਾਸ਼ ਦੇ ਵਿੱਚ ਕਿਤੇ ਬਣ ਜਾਏ, ਪਰ ਮਾੜਾ ਜਿਹਾ ਬੁਲਾਉਣ ਦੀ ਦੇਰ ਹੈ। ਜਗ ਧੂਏ ਕਾ ਪਹਾੜ ਤੈ ਸਾਚਾ ਮਾਨਿਆ ਕੇ ਵਿਚਾਰ। ਉਸੇ ਵਕਤ ਛਾਈ ਮਾਈ ਹੋ ਜਾਇਆ ਕਰਦਾ ਹੈ। ਸੁਪਨਾ ਜਿਮ ਬਾਜੀ ਕਰ ਮਾਇਆ। ਵੀ ਜੇ ਮੈਂ ਸੁਪਨਾ ਇਹ ਵੀ ਸਦਾ ਵਾਸਤੇ ਰਹਿੰਦਾ ਨਹੀਂ, ਝੂਠਾ ਹੀ ਹੋਇਆ ਕਰਦਾ ਹੈ। ਜਗ ਜੀਵਨ ਕੈਸਾ ਸੁਪਨੇ ਜੈਸਾ, ਜਗ ਜੀਵਨ ਸੁਪਨ ਸਮਾਨ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਇੱਕ ਦਿਖਲਾਈ। ਉਹ ਮਦਾਰੀ ਆਪਣੀ ਪਟਾਰੀ ਜੇ ਵਿੱਚੋਂ ਮਾੜਾ ਜਾ ਸਮਾਨ ਕੱਢ ਕਰਕੇ ਪਤਾ ਨਹੀਂ ਕਿਹੋ ਜਿਹੀਆਂ ਖੇਡਾਂ ਕਰਕੇ ਸਾਰਿਆਂ ਦੇ ਸਾਹਮਣੇ ਦਿਖਾ ਦਿੰਦਾ ਹੈ। ਪਰ ਜਦੋਂ ਮੰਦਾਰੀ ਦੀ ਕਹਿ ਲਓਗੀ ਸਮਾਵਤ, ਉਹ ਸਮਾਨ ਜਾ ਉਹਦੇ ਵਿੱਚ ਹੀ ਸਮੇਟ ਲੈਂਦਾ ਹੈ। ਜੀ ਸਰੀਰ ਅਬ ਦਿਖਿਅਤ ਸਾਰੀ। ਹੁਣ ਜਿਹੜੇ ਸਰੀਰ ਆ ਸਾਹਮਣੇ ਧਰਤੀ ਦੇ ਉੱਪਰ ਤੁਰਦੇ ਫਿਰਦੇ ਦਿਸ ਰਹੇ ਹਨ, ਨਹੀਂ ਆਦਮੈ ਕਿਨਹੋ ਨਿਹਾਰੀ। ਵੀ ਇਹਨਾਂ ਦੀ ਨਾ ਕੋਈ ਆਦ ਹੈ ਤੇ ਨਾ ਅੰਤ ਹੈ। ਜਿਸ ਵਾਸਤੂ ਦੀ ਨਾ ਕੋਈ ਆਦ ਨਾ ਅੰਤ ਹੋਵੇ, ਪਰ ਵਿਚਾਲੇ ਸੱਚੀ ਕਿਵੇਂ ਹੋ ਸਕਦੀ ਹੈ। ਅੰਤ ਸਮੇਂ ਬਿਨਸੈ ਇਹੋ ਸਭੈ। ਵੀ ਸਮਾਂ ਪਾ ਕੇ ਇੱਕ ਦਿਨ ਇਸ ਸੰਸਾਰ ਦਾ ਵੀ ਨਾਸ ਹੋ ਜਾਣਾ ਹੈ। ਬਹੁਰੋ ਨਹਿ ਲਖੀਅਤ ਕਿਸ ਕਦੈ। ਜਿਵੇਂ ਸੁਪਨਾ ਆਉਣ ਤੋਂ ਬਾਅਦ ਉਹਦੀ ਜਿਹੜੀ ਰਚਨਾ, ਸੁਪਨੇ ਦੇ ਦੁੱਖ ਸੁੱਖ ਰਾਜ ਭਾਗ ਸਾਰੇ ਹੀ ਖਤਮ ਹੋ ਜਾਂਦੇ ਹਨ। ਹੁਣ ਜਿਸ ਪ੍ਰਕਾਰ ਦਸ਼ਮੇਸ਼ ਪਿਤਾ ਨੇ ਇਸ ਜਵਾਨ ਲੜਕੇ ਨੂੰ ਆਪਣੇ ਵੱਲੋਂ ਬਚਨਾਂ ਦੁਆਰਾ ਸਮਝਾਉਣਾ ਹੈ,
ਉਸ ਪ੍ਰਸੰਗ ਦੀ ਵਿਚਾਰ ਕੇ ਕੀਤੀ ਜਾਏਗੀ। ਇਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਨਿਹਾਲ ਕਰ ਰਹੇ ਨੇ। ਕੋ ਇੱਕ ਦਿਨ ਕੋ ਧੁੰਦ ਪਸਾਰਾ, ਆਦ ਨ ਅੰਤ ਸੋ ਕੁਤੋ ਮਜਾਰਾ। ਕੋ ਇੱਕ ਦਿਨ ਕੋ ਧੁੰਦ ਪਸਾਰਾ, ਆਦ ਨ ਅੰਤ ਸੋ ਕੁਤੋ ਮਜਾਰਾ। ਚੌਥੇ ਪਾਰ ਬ੍ਰਹਮ ਅਵਨਾਸੀ ਅਗ ਅਗਨਾਸ